ਵਾਹਿਗੁਰੂ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ। ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਬਖਿਆਤਾ। ਤਾਸ ਚਰਨ ਲੈ ਹਿਰਦੇ ਵਸਾਵੋ ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਤੁਮਰੀ ਮਹਿਮਾ ਅਪਰਿਅਪਾਰਾ ਜਾਂ ਕਾ ਲਹੋ ਨ ਕਿਨਹੂ ਪਾਰਾ। ਦੇਵ ਦੇਵ ਰਾਜਨ ਕੇ ਰਾਜਾ ਦੀਨ ਦਇਆਲ ਗਰੀਬ ਨਿਵਾਜ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਗਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਤਿਨ ਵੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕੋ ਸੁਖ ਦਏ ਜਹ ਤੈ ਭੈ ਸਹਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਬਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਸਰਬੱਤ ਸੰਗਤਾਂ ਬੜੇ ਸ਼ਾਂਤ ਮਾਹੌਲ ਦੇ ਅੰਦਰ ਕੋ ਕਬੀਰ ਕਹੀਏ ਕਾਹੇ ਸਾਧ ਸੰਗਤ ਬੈਕੁੰਠ ਹੈਗਾ। ਬੈਕੁੰਠ ਵਰਗੇ ਵਾਤਾਵਰਨ ਦੇ ਅੰਦਰ ਆਪ ਜੀ ਸਵਾਇਮਾਨ ਹੋ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਗ੍ਰੰਥ ਕਲਯੁਗ ਭਇਓ। ਸ੍ਰੀ ਗੁਰੂ ਰੂਪ ਮਹਾਨ 10 ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਹ ਪਾਵਨ ਬਚਨ ਕਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਸਾਰੇ ਖਾਲਸਾ ਪੰਥ ਨੂੰ ਸਿੱਖ ਜਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਆਪਨ ਪੋ ਸ੍ਰੀ ਖਾਲਸੇ ਸੌਂਪਾ ਦੁਤੀ ਰੂਪ ਸਤਿਗੁਰੂ ਗ੍ਰੰਥ। ਬੋਲਣ ਸਤਿਗੁਰ ਸ਼ਬਦ ਸੰਭਾਖਣ ਨਾਮ ਗੋਬਿੰਦ ਕੀਰਤਨ ਸੰਥਾ। ਗੁਣਨ ਬਾਦ ਪੁਨ ਸਿਫਤ ਸਲਾਹਨ ਊਠਤ ਬੈਠਤ ਸੈਨ ਕਰੰਥਾ। ਪਾਵਨ ਪੰਥ ਖਾਲਸਾ ਪ੍ਰਗਟਿਓ ਚਾਰ ਵਰਨ ਆਸ਼ਰਮ ਸੋ ਪੰਥਾ। ਇਨਕੇ ਦਰਸ ਸਤਿਗੁਰੂ ਕੋ ਦਰਸ। ਕਦੋਂ ਬੋਲਣ ਗੁਰੂ ਸ਼ਬਦ ਗੁਰੂ ਗ੍ਰੰਥ। ਦੁਆਦਸ ਰਊਪ ਸਤਿਗੁਰ ਇਹ ਕਹੀਏ ਦੁਆਦ ਭਾਨ ਪ੍ਰਗਟ ਹਰ ਸੰਤਾ। ਪ੍ਰਤੱਖ ਕਲਾ ਪਾਰ ਬ੍ਰਹਮ ਤਨੀਚੈ ਗ੍ਰੰਥ ਪੰਥ ਖਾਲਸ ਵਰਤੰਤ। ਦਾਸ ਗੋਬਿੰਦ ਫਤਿਹ ਸਤਿਗੁਰੂ ਕੀ ਖਾਸ ਗ੍ਰੰਥ ਗੁਰ ਰੂਪ ਬਦੰਤ। ਇਹ ਸ਼੍ਰੀ ਮੁਖ ਬਾਕ ਬਾਣੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ। ਇਸ ਦੇ ਅੱਗੇ ਮੂਰੇ ਪਾਤਸ਼ਾਹੀ 10ਵੀਂ ਲਿਖਿਆ ਗਿਆ ਹੈ ਤਾਂ ਕਿ ਕਿਸੇ ਨੂੰ ਭੁਲੇਖਾ ਨਾ ਲੱਗੇ ਵੀ ਇਹ ਰਚਨਾ ਕਿਸ ਦੀ। ਸ਼੍ਰੀ ਮੁਖ ਬਾਕ ਪਾਤਸ਼ਾਹੀ 10ਵੀਂ।
ਤੇ ਵਿਸ਼ਨ ਪਦ ਪੁੰਨਿਆ ਕਿ ਇਹ ਛੰਦਾਂ ਦੀਆਂ ਅਨੇਕਾਂ ਜਾਤਾਂ ਹਨ ਤੇ ਉਹਦੇ ਵਿੱਚ ਅਨੁਸ਼ਟਮ ਛੰਦ ਹੈ, ਇਹ ਵੀ ਛੰਦ ਦੀ ਇੱਕ ਜਾਤੀ ਹੈ। ਉਹਦੇ ਵਿੱਚ ਇਹ ਸ਼ਬਦ ਕਹੇ, ਕਹਿਣ ਤੋਂ ਭਾਵ ਐਸੇ ਗੁਰੂ ਦੀ ਪਾਵਨ ਹਜ਼ੂਰੀ ਵਿੱਚ ਬੈਠੇ ਹਾਂ। ਔਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਮੁਬਾਰਕ ਬਚਨ ਹੈ, ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ। ਜਿੱਥੇ ਗੁਰੂ ਦੀ ਸ਼ੋਭਾ ਵਡਿਆਈ ਹੈ, ਉੱਥੇ ਉਹਨਾਂ ਗੁਰਸਿੱਖਾਂ ਦੀ ਵਡਿਆਈ ਹੈ ਜਿਹੜੇ ਗੁਰਪੁਰਬ ਮਨਾਉਣ। ਗੁਰੂ ਸਾਹਿਬ ਦੀ ਉਪਮਾ ਤੋਂ ਬਾਅਦ ਫਿਰ ਇਸ ਉਪਮਾ ਦੇ ਪਾਤਰ ਹਨ ਸ਼੍ਰੀਮਾਨ ਸੰਤ ਬਾਬਾ ਰਣਜੋਤ ਸਿੰਘ ਜੀ ਢੈਂਠਲ ਵਾਲੇ। ਇਹਨਾਂ ਦਾ ਵੀ ਬਚਪਨ ਸੀ, ਦਾਸ ਦਾ ਵੀ ਬਚਪਨ ਸੀ। ਜਦੋਂ ਪਹਿਲੀ ਵਾਰ ਇਹਨਾਂ ਦੇ ਦਰਸ਼ਨ ਹੋਏ, ਇਹ ਆਪਣੇ ਖੂਹ 'ਤੇ ਬੈਠੇ ਹਾਰਮੋਨੀਅਮ ਦੇ ਨਾਲ ਇਕੱਲੇ ਹੀ ਆਪਣੀ ਮੌਜ ਬੈਠੇ ਜਸ ਕਰਦੇ ਸਨ ਵਾਹਿਗੁਰੂ ਦਾ। ਇਹ ਤਕਰੀਬਨ 1968-69 ਦੇ ਲਾਗੇ ਛਾਗੇ ਦੀ ਗੱਲ ਹੈ। ਤੇ ਉਸ ਵੇਲੇ ਤੋਂ ਮਹਾਂਪੁਰਸ਼ਾਂ ਦੇ ਦਰਸ਼ਨ ਇਹਨਾਂ ਦੇ ਹੁੰਦੇ ਆ ਰਹੇ ਆ। ਗੁਰਮੁਖ ਰੂਹ ਹੈ, ਸ਼ਾਂਤ ਸੁਭਾਅ ਹੈ, ਆਪਣੇ ਸਰੀਰ ਨਾਲੋਂ ਦੂਸਰੇ ਦਾ ਆਦਰ ਕਰਨ ਦਾ ਸੁਭਾਅ ਇਹਨਾਂ ਵਿੱਚ ਹੈ। ਬਹੁਤ ਨਾ ਹੀ ਬੋਲਣਾ, ਇਸ ਤੁਕ ਦੇ ਆਧਾਰਿਤ ਇਹਨਾਂ ਦਾ ਜੀਵਨ ਹੈ। ਥੋੜਾ ਸਵਣਾ ਖਾਵਣਾ, ਥੋੜਾ ਬੋਲਣ, ਗੁਰਮਤਿ ਪਾਏ, ਇਹ ਗੁਰਮਤਿ ਦੇ ਇਹਨਾਂ ਗੱਲਾਂ ਦੇ ਧਾਰਨੀ। ਇਤਫਾਕੀਆ ਸੰਜੋਗ ਬਸ ਇਹਨਾਂ ਨੂੰ ਜਥੇਦਾਰ ਹਰਦੀਪ ਸਿੰਘ ਜੀ ਇੱਕ ਇਹੋ ਜਿਹਾ ਨੌਜਵਾਨ ਹੋਣਹਾਰ ਬੱਚਾ ਸੇਵਾਦਾਰ ਰੂਪ ਦੇ ਅੰਦਰ ਮਿਲਿਆ ਤੇ ਜਿਹੜਾ ਪ੍ਰਬੰਧ ਕਰਨ ਦੇ ਵਿੱਚ ਮਹਾਂਪੁਰਸ਼ਾਂ ਦੇ ਦਿਮਾਗ 'ਤੇ ਕਦੇ ਕੋਈ ਵਜਨ ਹੀ ਨਹੀਂ ਪੈਣ ਦਿੰਦਾ। ਤੇ ਸਾਰੇ ਹੋਰ ਜਿਹੜੇ ਸਾਥੀ ਨੇ ਉਹਨਾਂ ਦੇ ਸਾਰੇ ਮਿਲ ਕੇ ਯੋਗ ਪ੍ਰਬੰਧ ਕੀਤਾ ਹੈ। ਗੁਰਪੁਰਬ ਵੀ ਉਹ ਮਨਾ ਰਹੇ ਹੋ ਤੇ ਜਿਹੜੇ ਸਾਰੇ ਸੰਸਾਰ ਦੇ ਅੰਦਰ ਜਿਸ ਤੋਂ ਵੱਡਾ ਹੋਰ ਕੋਈ ਨਹੀਂ ਹੈ। ਸਭ ਸ਼ਬਦ ਦਾ ਮਤਲਬ ਸਮੁੱਚੇ ਰੂਪ ਦੇ ਅੰਦਰ ਸਾਰੇ ਕਹੇ ਗਏ। ਜਿੰਨੇ ਵੀ ਰੱਬੀ ਅਵਤਾਰ ਹਨ, ਭਾਵੇਂ ਉਹ ਵਿਸ਼ਨੂੰ ਜੀ ਦੇ 24 ਅਵਤਾਰਾਂ ਦੀ ਗੱਲ ਹੈ, ਭਾਵੇਂ ਸ਼ਿਵ ਜੀ ਦੇ 11 ਅਵਤਾਰਾਂ ਦੀ ਗੱਲ ਹੈ, ਭਾਵੇਂ ਬ੍ਰਹਮਾ ਜੀ ਦੇ 7 ਅਵਤਾਰਾਂ ਦੀ ਗੱਲ ਹੈ। ਇਸ ਤੋਂ ਇਲਾਵਾ 84 ਸਿੱਧ, 9 ਨਾਥ, 6 ਜਤੀ, 52 ਵੀਰ ਇਤਿਆਦਿਕ ਜੋ ਵੀ ਇਹ ਮਹਾਨ ਪੁਰਸ਼, ਰਿਸ਼ੀ, ਮੁਨੀ, ਤਪਸਵੀ, ਪੀਰ, ਪੈਗੰਬਰ, ਔਲੀਏ, ਸੰਤ, ਭਗਤ ਸਮੁੱਚੇ ਰੂਪ ਵਿੱਚ ਹੈ। ਸਭ ਸ਼ਬਦ ਇਹਨਾਂ ਸਾਰਿਆਂ ਤੋਂ ਵੱਡਾ ਕੌਣ ਹੈ? ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਉਹ ਗੁਰੂ ਨਾਨਕ ਦੇ ਦਰਬਾਰ ਵਿੱਚ ਆਪ ਜੀ ਬੈਠੇ ਆ। ਦਾਸ ਤੋਂ ਪਹਿਲਾਂ ਗਿਆਨੀ ਪ੍ਰਤਪਾਲ ਸਿੰਘ ਜੀ ਬੋਲ ਰਹੇ ਸੀ ਜਦੋਂ ਮੈਂ ਅਸਥਾਨ 'ਤੇ ਪਹੁੰਚਿਆ। ਇਸ ਨੌਜਵਾਨ ਗਿਆਨੀ ਸਿੰਘ ਦੀ ਬੜੀ ਸੁੰਦਰ ਆਵਾਜ਼ ਹੈ ਤੇ ਵਿਦਵਤਾ ਭਰਪੂਰ ਆਪਣੇ ਬਚਨ ਸੁਣਾ ਰਹੇ ਸਨ। ਉਹਨਾਂ ਤੋਂ ਬਾਅਦ ਸੰਤ ਰਣਜੀਤ ਸਿੰਘ ਜੀ ਢੀਂਗੀ ਵਾਲੇ, ਬਹੁਤ ਪ੍ਰਮਾਣ ਉਹਨਾਂ ਦੇ ਢੁਕਵੇਂ ਯਾਦ ਹਨ ਇਤਿਹਾਸ ਵਿੱਚੋਂ, ਭਾਈ ਗੁਰਦਾਸ ਦੀ ਰਚਨਾ 'ਚੋਂ, ਗੁਰਬਾਣੀ 'ਚੋਂ ਵਿਚਾਰਾਂ ਦਾ ਇੱਕ ਗੁਲਦਸਤਾ ਪੇਸ਼ ਕਰ ਦਿੰਦੇ ਨੇ। ਸ਼ਬਦਾਂ ਦੇ ਵਿੱਚ ਉਹ ਜੋ ਬੰਨ੍ਹ ਕੇ ਸੁਣਾਉਂਦੇ ਆ, ਐਵੇਂ ਵੀ ਅਲਾ ਸੇਠ ਬੋਲੀ ਜਾਣਾ ਜਿਹੜਾ ਕੁਛ ਮੂੰਹ 'ਚ ਆ ਗਿਆ। ਇਹਨਾਂ ਦੀ ਇਹ ਬੜੀ ਇੱਕ ਖੂਬੀ ਹੈ ਇਹਨਾਂ ਦੇ ਬੋਲਣ 'ਤੇ। ਉਹਨਾਂ ਨੇ ਆਪ ਜੀ ਨੂੰ ਨਿਹਾਲ ਕੀਤਾ। ਗੁਰੂ ਨਾਨਕ ਦੀ ਮੱਕੇ ਦੀ ਸਾਖੀ ਸੁਣਾਈ ਹੈ। ਮੈਂ ਤੁਹਾਨੂੰ ਕੋਈ ਸਾਖੀ ਨਹੀਂ ਸੁਣਾਉਣੀ, ਮੈਂ ਕੇਵਲ ਗੁਰੂ ਸਾਹਿਬ ਜੀ ਦੇ ਅਵਤਾਰ ਦੇ ਸੰਬੰਧ ਵਿੱਚ ਹੀ ਕੁਝ ਗੱਲਾਂ ਹੀ ਆਪ ਜੀ ਦੇ ਨਾਲ ਸਾਂਝੀਆਂ ਕਰਾਂਗਾ।
ਔਰ ਇਤਿਹਾਸਕ ਤੱਥਾਂ ਦੁਆਰਾ, ਕਲਪਨਾ ਦੇ ਆਧਾਰ 'ਤੇ ਨਹੀਂ। ਬਸ ਇੰਨੀ ਕੁ ਗੱਲ ਜ਼ਰੂਰੀ ਹੈ ਕਿ ਮੱਕੇ ਦਾ ਇਤਿਹਾਸ ਜਨਮ ਸਾਖੀ 'ਚ ਵੀ ਹੈ, ਤਵਾਰੀਖ ਵਿੱਚ ਵੀ ਹੈ, ਤੇ ਹੋਰ ਵੀ ਥਾਵਾਂ 'ਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਵੀ ਹੈ। ਪਰ ਜੋ ਕੁਛ ਤਾਰੀਖੇ ਅਰਬ ਵਿੱਚ ਲਿਖਿਆ ਹੋਇਆ ਹੈ, ਜੋ ਕੁਛ ਫੱਕਰ ਬਾਬਾ ਨਾਨਕ ਪੁਸਤਕ ਵਿੱਚ ਲਿਖਿਆ ਹੋਇਆ ਹੈ, ਔਰ ਉਹਦਾ ਲੇਖਕ ਨਿਸ਼ਚੇ ਨਾਲ ਕਹਿੰਦਾ ਵੀ ਮੇਰੇ ਅੱਖਾਂ ਦੇ ਸਾਹਮਣੇ ਆ ਸਾਖੀ ਹੋਈ, ਔਰ ਉਹ ਇੱਕ ਮੁਸਲਮਾਨ ਹੈ। ਅਰਬੀ ਦੇ ਵਿੱਚ ਇਤਿਹਾਸ ਹੈ। ਇਹ ਸਾਡੇ ਨਸੀਬਾਂ ਵਿੱਚ ਉਹ ਬੜਮੁੱਲੀ ਪੁਸਤਕ ਨਹੀਂ ਲਿਖੀ ਹੋਈ, ਜਿਸ ਕਰਕੇ ਯਤਨ ਕਰਨ ਦੇ ਬਾਵਜੂਦ ਵੀ ਮੱਕੇ ਦੀ ਲਾਇਬ੍ਰੇਰੀ ਤੱਕ ਦਾਸ ਨੇ ਪਹੁੰਚ ਕੀਤੀ ਜਿੰਨੀ ਹੋ ਸਕਦੀ ਸੀ। ਮੈਂ ਆਪਣੇ ਮਿੱਤਰ ਮੁਸਲਮਾਨ ਵੀਰ ਦੀ, ਉਹ ਅੱਜ ਸੰਸਾਰ 'ਚ ਨਹੀਂ, ਖੁਦਾ ਨੂੰ ਪਿਆਰੇ ਹੋ ਗਏ, ਮੇਰੇ ਸਾਹਮਣੇ ਮੱਕੇ ਦੇ ਵਿੱਚ ਫੋਨ ਕੀਤਾ ਉਹਨੇ, ਇਸ ਲਈ ਕਿ ਹਰੀ ਸਿੰਘ ਨੂੰ ਇਹ ਭੁਲੇਖਾ ਨਾ ਰਹੇ ਵੀ ਸ਼ਾਇਦ ਮੈਂ ਐਵੇਂ ਰਾਜਨੀਤਿਕ ਬੰਦਿਆਂ ਦੀ ਤਰ੍ਹਾਂ ਢਾਲ ਦਿੱਤਾ। ਮੱਕੇ ਦੀ ਲਾਇਬ੍ਰੇਰੀ ਦੇ ਇੰਚਾਰਜ ਨਾਲ ਗੱਲ ਕੀਤੀ ਗਈ, ਪਰ ਸਾਧ ਸੰਗਤ ਜੀ ਕੁਝ ਇਹੋ ਜਿਹੀਆਂ ਪੁਸਤਕਾਂ ਜਿਹੜੀਆਂ ਕਿਉਂਕਿ ਜਿਨ੍ਹਾਂ ਨੂੰ ਇਸ ਪੁਸਤਕ ਦਾ ਨੁਕਸਾਨ ਸੀ ਉਹਨਾਂ ਨੇ ਸੱਜੇ ਖੱਬੇ ਕਰ ਦਿੱਤੀ ਆ, ਪਰ ਇਹ ਸੱਜੇ ਖੱਬੇ ਕਰਨ ਤੋਂ ਪਹਿਲਾਂ ਇਹਦਾ ਉਤਾਰਾ ਕਾਫੀ ਸਾਖੀਆਂ ਦਾ ਹੋ ਚੁੱਕਾ ਹੈ, ਉਹ ਮੌਜੂਦ ਹੈ। ਉਤਾਰਾ ਕਰਨ ਵਾਲੇ ਵੀ ਮੁਸਲਮਾਨ ਵੀਰ ਹੈ। ਇਹ ਗੱਲ ਵੱਖਰੀ ਹੈ ਵੀ ਬਾਅਦ ਦੇ ਵਿੱਚ ਉਹ ਸਿੰਘ ਸਜ ਗਿਆ, ਅੰਮ੍ਰਿਤਧਾਰੀ ਸਿੰਘ ਸਜਿਆ, ਦੁਖਨ ਮਾਰਨ ਵੀ ਕਥਾ ਕੀਤੀ ਸੀ ਉਸਨੇ, ਪੁਰਾਣੀ ਗੱਲ ਹੈ। ਉਹ ਇੱਕ ਲੰਮੀ ਕਹਾਣੀ ਹੈ। ਮੇਰੇ ਕਹਿਣ ਤੋਂ ਬਾਅਦ ਵੀ ਮੱਕੇ ਦੀ ਬਾਤ ਉਸ ਤਾਰੀਖੇ ਅਰਬ ਦੇ ਵਿੱਚ, ਅਰਬੀ ਦੇ ਵਿੱਚ ਮੁਸਲਮਾਨ ਲੇਖਕ ਨੇ ਜੋ ਚਸ਼ਮਦੀਦ ਗਵਾਹ ਹੈ, ਉਹ ਕਹਿੰਦਾ ਵੀ ਸਾਰੀ ਘਟਨਾ ਮੇਰੇ ਸਾਹਮਣੇ ਵਾਪਰੀ ਹੈ, ਮੱਕਾ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਘੁੰਮਿਆ ਹੈ। ਇਹ ਫਿਰ ਹੁਣ ਆਪਣੀ ਮਰਜ਼ੀ ਹੁੰਦੀ ਹੈ ਪ੍ਰਚਾਰਕਾਂ ਦੀ, ਉਹ ਕਹਿਣ ਦਿਮਾਗ ਘੁੰਮ ਗਏ ਜਾਂ ਆਹ ਕੁਛ ਹੋ ਗਿਆ, ਫਲਾਣਾ ਕੁਛ ਹੋ ਗਿਆ। ਫਿਰ ਜਿਹੜਾ ਦਿਹੋਰਾ ਫਿਰਿਆ, ਫੇਰ ਦਿਆ ਦਿਹੋਰਾ ਨਾਮੇ ਕੋ, ਉਹਦਾ ਕੀ ਕਰੋਗੇ? ਜੇ ਨਾਮਦੇਵ ਦੇ ਵਾਸਤੇ ਮੰਦਰ ਘੁਮਾ ਸਕਦਾ ਹੈ ਭਗਵਾਨ, ਤਾਂ ਗੁਰੂ ਨਾਨਕ ਵਾਸਤੇ ਕੀ ਔਖੀ ਬਾਤ ਸੀ ਇਹ? ਤੁਸੀਂ ਗੁਰੂ ਨਾਨਕ ਦਾ ਦਰ ਦਾ ਪ੍ਰਚਾਰ ਕਰਦੇ ਹੋ ਜਾਂ ਤੁਸੀਂ ਗੁਰੂ ਨਾਨਕ ਨੂੰ ਨੀਵਾਂ ਦਿਖਾ ਰਹੇ ਹੋ? ਇਸ ਕਰਕੇ ਇਸਲਾਮ ਵਾਲੇ ਤਾਂ ਇਤਰਾਜ਼ ਕਰਨ, ਕਿਉਂਕਿ ਉਹਨਾਂ ਦਾ ਪਵਿੱਤਰ ਅਸਥਾਨ ਹੈ ਉੱਥੇ ਦਾ। ਸ਼ਾਇਦ ਉਹਨਾਂ ਲੋਕਾਂ ਨੂੰ ਹੀ ਜ਼ਿਆਦਾ ਤਕਲੀਫ ਸੀ ਕਿ ਇਹ ਪ੍ਰੂਫ ਜਦੋਂ ਸਿੱਖਾਂ ਦੇ ਸਾਹਮਣੇ ਆ ਗਿਆ, ਸਾਡੇ ਇਸਲਾਮ ਦੀ ਮਹਾਨਤਾ ਘਟਦੀ ਹੈ। ਇਹ ਮੱਕੇ ਦੀ ਸਾਖੀ ਬੜੀ ਦਿਲਚਸਪ ਹੈ, ਔਰ ਉੱਥੇ ਜੋ ਕਾਜੀ ਰੁਕਮਦੀਨ ਦੇ ਨਾਲ 360 ਸਵਾਲ ਹੁੰਦੇ ਨੇ, ਸਾਰਿਆਂ ਦਾ ਉੱਤਰ ਦਿੰਦੇ ਨੇ ਗੁਰੂ ਬਾਬਾ ਜੀ। ਇਹ ਕਹਾਣੀਆਂ ਬੜੀਆਂ ਦਿਲਚਸਪ ਨੇ। ਤੇ ਮੈਂ ਹੁਣ ਆਪਣੀ ਜੋ ਮਹਾਂਪੁਰਸ਼ਾਂ ਤੋਂ ਉਹਨਾਂ ਦੀ ਅਸੀਸ ਦਾ ਸਦਕਾ, ਦਿਮਾਗ ਮੇਰਾ ਭਾਵੇਂ ਇੰਨਾ ਨਹੀਂ ਸੀ, ਜੋ ਕੁਛ ਮੇਰੇ ਉਸ ਸਮੁੰਦਰ ਦੇ ਵਿੱਚੋਂ ਚੂਲੀ ਪਰ ਪਾਣੀ ਮੇਰੇ ਪੱਲੇ ਪਿਆ, ਕੁੱਜੀ ਦੇ ਵਿੱਚ ਪਾਣੀ ਕਿੰਨਾ ਕੁ ਆ ਸਕਦਾ ਹੈ, ਉਹ ਵੱਡੇ ਸਾਗਰ ਦੀ ਨਿਆਈ ਮਹਾਂਪੁਰਸ਼ਾਂ ਦੇ ਕੋਲੋਂ ਜੋ ਵਿਦਿਆ ਪ੍ਰਾਪਤ ਕੀਤੀ, ਜੋ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋ ਸਕੀ। ਬੜੇ ਮਾੜੇ ਹਾਲਾਤ ਸਨ, ਪੜ੍ਹਨ ਦਾ ਢੁਕਵਾਂ ਮਾਹੌਲ ਹੀ ਨਹੀਂ ਸੀ ਮੇਰੇ ਵਾਸਤੇ, ਫਿਰ ਵੀ ਗੁਰੂ ਨੇ ਮੈਨੂੰ ਆਪਣੇ ਦਰ ਘਰ ਦਾ ਕੂਕਰ ਬਣਾ ਲਿਆ। ਮੈਨੂੰ ਤਾਂ ਇਤਨੀ ਗੱਲ ਦਾ ਹੀ ਮਾਣ ਬਹੁਤ ਹੈ ਕਿ ਹਮ ਕੂਕਰ ਤੇਰਾ ਦਰਬਾਰ, ਭੌਂਕੇ ਆਗੈ ਬਦਨ ਪਸਾਰ। ਸਭ ਕੁਛ ਇਹਦੇ ਵਿੱਚ ਹੈ। ਇਹ ਮੇਰਾ ਆਪਣਾ ਜੀਵਨ ਹੈ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਮ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਓ। ਧਿਆਨ ਦਿਓ ਕਿ ਗੁਰਪੁਰਬ
ਗੁਰੂ ਨਾਨਕ ਸਾਹਿਬ ਜੀ ਦਾ। ਗੁਰ ਤੇ ਪੁਰਬ ਦੋ ਪਦ ਵੱਖਰੇ ਵੱਖਰੇ ਨੇ। ਇੱਕ ਗੁਰ ਹੈ, ਦੂਜਾ ਪੁਰਬ ਹੈ। ਗੁਰ ਸ਼ਬਦ ਦੀ ਪਰਿਭਾਸ਼ਾ ਅਲੱਗ ਹੈ, ਪੁਰਬ ਦੀ ਪਰਿਭਾਸ਼ਾ ਅਲੱਗ ਹੈ। ਗੁਰਪੁਰਬ ਮਨਾ ਰਹੇ ਹੋ, ਕਮ ਸੇ ਕਮ ਕਿਸੇ ਵੀ ਸ਼ਬਦ ਦਾ, ਕਿਸੇ ਪਦ ਦਾ ਅਰਥ ਪੱਲੇ ਰਹਿ ਜਾਏ। ਕੁਛ ਇਸ ਵਾਰ ਮਿਲ ਗਿਆ, ਕੁਛ ਅਗਲੀ ਵਾਰ ਮਿਲੇ, ਕੁਛ ਉਦੋਂ ਅਗਲੀ ਵਾਰ ਮਿਲੇ। ਇੱਕ ਇੱਕ ਬੂੰਦ ਦੇ ਨਾਲ ਸਰੋਵਰ ਭਰ ਜਾਂਦੇ ਹੈ। ਸੁਣ ਸੁਣ ਅੰਧੇ ਪਾਵੇ ਰਾਹੋ, ਬਹੁਤ ਕੁਛ ਮਿਲ ਜਾਂਦਾ ਹੈ। ਗੁਰ ਸ਼ਬਦ ਜਿਹੜਾ ਹੈ ਇਹ ਗ੍ਰੀ ਧਾਤੂ ਤੋਂ ਹੈ। ਸੰਸਕ੍ਰਿਤ ਦੀਆਂ ਬੜੀਆਂ ਧਾਤੂਆਂ ਨੇ, ਉਹਦੇ ਚੋਂ ਗ੍ਰੀ ਨਾਮ ਦੀ ਇੱਕ ਧਾਤੂ ਹੈ ਜਿਸ ਤੋਂ ਸ਼ਬਦ ਬਣਿਆ ਗੁਰ। ਗ੍ਰੀ ਧਾਤੂ ਦਾ ਅਰਥ ਹੈ ਨਿਕਲ ਜਾਣਾ। ਦੂਸਰਾ ਹੈ ਖਾ ਜਾਣਾ, ਅਭਾਵ ਕਰ ਦੇਣਾ, ਕਿਸੇ ਚੀਜ਼ ਨੂੰ ਸਾਰੀ ਨੂੰ ਨਿਕਲ ਜਾਣਾ। ਇਹ ਗ੍ਰੀ ਧਾਤੂ ਦੇ ਅਰਥ ਨੇ ਜੀ। ਦੂਸਰਾ ਹੈ ਸਮਝਾਉਣ ਦੀ ਕਿਰਿਆ, ਦੇ ਦੇਣ ਦੀ ਕਿਰਿਆ। ਜਦੋਂ ਗ੍ਰੀ ਧਾਤੂ ਤੋਂ ਬਦਲ ਕੇ ਗੁਰ ਸ਼ਬਦ ਬਣਿਆ ਹੈ, ਉਹ ਆਪਣੇ ਅਰਥਾਂ ਨੂੰ ਨਾਲ ਲੈ ਕੇ ਆਇਆ ਹੈ। ਜਿਵੇਂ ਗੁਰ ਤੇ ਪੁਰਬ ਨੂੰ ਅਲੱਗ-ਅਲੱਗ ਕੀਤਾ ਹੈ, ਤੇ ਗੱਗੇ ਔਰ ਰਾਰੇ ਨੂੰ ਵੀ ਅਲੱਗ-ਅਲੱਗ ਕਰਨਾ ਪਏਗਾ। ਕਿਸੇ ਵੀ ਪਦ ਦੇ ਅਰਥ ਕਰਨੇ ਹੋਣ ਤਾਂ ਵਿਧਾਨ ਕਹਿੰਦਾ ਹੈ ਪਦਹਿ ਸਦਾ ਪਦਾਰਥ ਕਦ ਵਿਗ੍ਰਹਿ ਵਾਕੇ ਯੋਜਨਾ ਅਖ ਪਿਓ ਤੋ ਸਮਾਧਾਨ ਖਟ ਬਿਨੋ ਵਿਆਖਿਆਨ ਸਿਮਰਤੋਂ। ਅਖੇ ਪਿਓ ਤੋ ਸਮਾਧਾਨ ਖਟ ਬਿਖੋਂ ਵਿਆਖਿਆਨ ਸਿਮਰਤੋਂ। ਸਿਮਰਤੀ ਦਾ ਵਿਧਾਨ ਕਹਿੰਦਾ ਹੈ ਜਿਸ ਸ਼ਬਦ ਦੇ ਅਰਥ ਕਰਨੇ ਨੂੰ ਪਦਛੇਦ ਕਰੋ। ਜਿੱਥੇ ਗੁਰ ਤੇ ਪੁਰਬ ਨੂੰ ਪਦਛੇਦ ਕੀਤਾ, ਉੱਥੇ ਗੱਗੇ ਤੇ ਰਾਰੇ ਨੂੰ ਪਦਛੇਦ ਕਰਾਂਗੇ। ਗੱਗੇ ਦਾ ਅਰਥ ਹੈ ਗੋ, ਗੋ ਦਾ ਅਰਥ ਹੈ ਅੰਧਕਾਰ, ਅੰਧਕਾਰ ਦਾ ਅਰਥ ਹੈ ਅੰਧੇਰਾ, ਤੇ ਰੋ ਦਾ ਅਰਥ ਹੈ ਪ੍ਰਕਾਸ਼, ਚਾਨਣਾ। ਗੁਰੂ ਕੌਣ ਹੈ? ਜੋ ਸਿੱਖ ਦੇ ਹਿਰਦੇ ਦੇ ਵਿੱਚ ਅਗਿਆਨਤਾ ਦਾ ਹਨੇਰਾ ਛਾਇਆ ਹੋਇਆ ਹੈ, ਉਸ ਨੂੰ ਰੂਪ ਪ੍ਰਕਾਸ਼ ਕਰ ਦੇਵੇ, ਉਸ ਨੂੰ ਕਹਿੰਦੇ ਨੇ ਗੁਰੂ। ਗ੍ਰੀ ਧਾਤੀ ਦੇ ਇਹੀ ਅਰਥ ਨੇ। ਔਰ ਸਿੱਖ ਦੇ ਹਿਰਦੇ ਦੇ ਅਗਿਆਨਤਾ ਨੂੰ ਨਿਗਲ ਜਾਏ, ਅਭਾਵ ਕਰ ਦੇਵੇ। ਕਿਵੇਂ? ਜਿਵੇਂ ਸੂਰਜ ਜਦੋਂ ਚੜ੍ਹਦਾ ਹੈ, ਦੋਨੇ ਕਿਰਿਆਵਾਂ ਹੋ ਰਹੀਆਂ ਨੇ। ਸੂਰਜ ਦਿੰਦਾ ਹੈ ਆਪਣੀਆਂ ਕਿਰਨਾਂ, ਚਾਨਣਾ ਦਿੰਦਾ ਹੈ ਸੰਸਾਰ ਨੂੰ, ਔਰ ਖਾ ਜਾਂਦਾ ਹੈ ਰਾਤੀ ਦੇ ਅੰਧੇਰੇ ਨੂੰ। ਇਸੇ ਕਰਕੇ ਭਾਈ ਗੁਰਦਾਸ ਨੇ ਢੁਕਵਾਂ ਪ੍ਰਮਾਣ ਦਿੱਤਾ ਹੈ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਮਿੱਟੀ ਧੁੰਦ ਜਗ ਚਾਨਣ ਹੋਇਆ, ਜਿਉਂ ਕਰ ਸੂਰਜ ਨਿਕਲਿਆ। ਉੱਥੇ ਪ੍ਰਮਾਣ ਸੂਰਜ ਦਾ ਢੁਕਵਾਂ ਪ੍ਰਮਾਣ ਹੈ ਗੁਰੂ ਦੇ ਨਾਲ। ਤੇ ਪੁਰਬ ਦਾ ਅਰਥ ਹੈ ਉਤਸਵ। ਗੁਰੂ ਦੇ ਨਾਲ ਸੰਬੰਧਿਤ ਉਹ ਦਿਹਾੜਾ ਜਿਹਦੇ 'ਚ ਉਤਸਵ, ਖੁਸ਼ੀਆਂ, ਖੇੜੇ, ਸਿੱਖਾਂ ਦੇ ਵਾਸਤੇ ਅਜਿਹਾ ਦਿਹਾੜਾ ਜਿਹੜਾ ਹੈ, ਔਰ ਜਿਹੜਾ ਪੁੰਨ ਪੈਦਾ ਕਰਨ ਵਾਲਾ ਹੋਵੇ। ਇਕੱਲਾ ਇਹੀ ਨਹੀਂ ਵੀ ਇਕੱਲੀਆਂ ਖੁਸ਼ੀਆਂ ਹੋਣ, ਖੁਸ਼ੀਆਂ ਤਾਂ ਵਿਆਹ 'ਚ ਵੀ ਹੁੰਦੀਆਂ ਲੋਕਾਂ ਨੂੰ, ਵਿਆਹ 'ਚ ਪੁੰਨ ਨਹੀਂ ਵੱਧਦੇ। ਪੁਰਬ ਜਿਹੜਾ ਇਹ ਪੁੰਨਾਂ ਦੇ ਵਿੱਚ ਵਾਧਾ ਕਰਦਾ ਹੈ, ਤੇ ਕਿੰਨੇ ਪੁੰਨਾਂ 'ਚ ਵਾਧਾ ਹੋ ਜਾਂਦਾ ਇਹਦਾ ਤਾਂ ਕੋਈ ਅੰਦਾਜ਼ਾ ਨਹੀਂ। ਪਰ ਭਾਈ ਗੁਰਦਾਸ ਕਹਿੰਦੇ ਨੇ ਤੀਰਥ ਪੁਰਬ ਸੰਜੋਗ ਵਿੱਚ ਗੁਰਪੁਰਬੀ 10 ਪੁਰਬੀ ਗੁਰਪੁਰਬ ਨਾ ਪਾਇਆ। 68 ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਇੱਕ ਪਾਸੇ ਵਿਚਾਰ ਰੂਪ ਤੱਕੜੀ ਦੇ ਪਲੜੇ ਵਿੱਚ ਪਾ ਲਓ, ਦੂਜੇ ਪਾਸੇ ਗੁਰਪੁਰਬ ਦਾ ਮਹਾਤਮ ਪਾ ਲਓ, ਤੇ ਫਿਰ 10 ਪੁਰਬਾਂ ਦਾ ਮਹਾਤਮ, 68 ਤੀਰਥਾਂ ਦਾ ਮਹਾਤਮ। ਜਦੋਂ ਤੱਕੜੀ ਨੂੰ ਤੁਲਾ ਧਾਰ ਜਦੋਂ ਤੋਲਿਆ ਜਾਏਗਾ ਤਾਂ ਗੁਰਪੁਰਬ ਮਨਾਉਣ ਵਾਲੇ ਗੁਰਸਿੱਖਾਂ ਦਾ ਪਲੜਾ ਭਾਰੀ ਰਹੇਗਾ, ਹਲਕਾ ਨਹੀਂ। ਦੂਜਾ ਹਲਕਾ ਪੈ ਜਾਏਗਾ। ਤੀਰਥ ਪੁਰਬ ਸੰਜੋਗ ਵਿੱਚ 10 ਪੁਰਬੀ ਗੁਰਪੁਰਬ ਨਾ ਪਾਇਆ। ਇਸ ਕਰਕੇ ਇਹ ਹੈ ਮਹਾਤਮ। 68 ਤੀਰਥਾਂ ਦਾ ਮਹਾਤਮ ਤੁਹਾਨੂੰ ਬੈਠਿਆਂ ਬਿਠਾਇਆ ਮਿਲ ਰਿਹਾ। 68 ਤੀਰਥਾਂ 'ਤੇ ਜਾਣਾ ਹੋਵੇ, ਕਿੰਨੇ ਖਰਚ ਦੀ ਲੋੜ ਹੈ, ਖੇਚਲ ਦੀ ਲੋੜ ਹੈ। ਕੀ ਕਰ ਰਹੇ ਹੋ? ਬੈਠੇ ਹੀ ਆਰਾਮ ਨਾਲ। ਤੀਰਥ ਚੱਲ ਕੇ ਤੁਹਾਡੇ ਕੋਲ ਮਹਾਤਮ ਤੁਹਾਡੇ ਕੋਲ ਆ ਰਿਹਾ, ਕਿਉਂਕਿ ਗੁਰੂ ਨਾਨਕ ਦਾ ਗੁਰਪੁਰਬ ਮਨਾ ਰਹੇ ਹੋ। 10 ਪੁਰਬ ਜੇਠ ਸਮਾਸੇ ਸ਼ੁਕਲਾ ਪੱਖੇ ਦਸਵੀਂ ਥਿਤੇ ਹੱਥ ਨ ਕਰਤੇ ਹੈ ਦੁੱਧ ਬੁੱਧਵਾਰ
ਗੁਰ ਕਾਰਨ ਬੀਤੀ ਪਾਰ ਕੰਨਿਆ ਕਾ ਚੰਦਰਾ ਬਿਰਕਾ ਸੂਝੇ ਹਿੰਦੂ ਮਤ ਦੇ ਪੁਰਬ ਹਨ। ਇਹਨਾਂ ਦੀ ਪਾਧਿਆਂ ਵਾਲੀ ਗਿਣਤੀ 'ਚ ਆਪਾਂ ਨੂੰ ਕੁਝ ਬਹੁਤਾ ਕੁਛ ਲੱਭਣ ਨੂੰ ਹੈ ਨਹੀਂ। 10 ਪੁਰਬ ਨੇ ਪੁੰਨ ਪੈਦਾ ਕਰਨ ਵਾਲੇ, ਇਹ 10 ਪੁਰਬ ਨੇ। ਇਹਨਾਂ ਦੀਆਂ ਵੀ 2 ਪद्धਤੀਆਂ ਨੇ। ਕ੍ਰਿਸ਼ਨ ਜਨਮ ਅਸ਼ਟਮੀ, ਰਾਮ ਨੌਮੀ, ਚੌਦਸ, ਅਮਾਵਸ, ਸੰਗਰਾਂਦ ਇਤਿਆਦਿਕ, ਇਹ 2 ਪद्धਤੀਆਂ ਦੇ ਨਾਲ ਇਹ 10 ਪੁਰਬ ਗਿਣੇ ਜਾਂਦੇ ਨੇ। ਪਰ ਗੁਰੂ ਸਾਹਿਬ ਨੇ ਇੱਕੋ ਪੰਕਤੀ ਕਹਿ ਦਿੱਤਾ, 10 ਪੁਰਬ ਸਦਾ ਦਸਾਰ। ਇੱਥੇ 10 ਪੁਰਬਾਂ ਦੀ ਇਕੱਤਰਤਾ ਹਰ ਰੋਜ਼ ਉੱਥੇ ਹੁੰਦੀ ਹੈ ਜਿੱਥੇ ਗੁਰੂ ਨਾਨਕ ਦੀ ਸੰਗਤ ਜੁੜਦੀ ਹੈ। ਇਹ ਤਾਂ ਹੈ ਕੁਛ ਮਹਾਤਮੇ ਦਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗੁਰਪੁਰਬ ਦੀਆਂ ਪਹਿਲਾਂ ਤਾਂ ਆਪ ਸਾਰੀਆਂ ਸੰਗਤਾਂ ਨੂੰ, ਮਹਾਂਪੁਰਸ਼ਾਂ ਨੂੰ, ਇਹਨਾਂ ਦੇ ਸਾਰੇ ਪੈਰੋਕਾਰਾਂ ਨੂੰ, ਸਾਰੇ ਜਥੇ ਨੂੰ ਤੇ ਸੁਣਨ ਵਾਲੀਆਂ ਸੰਗਤਾਂ ਨੂੰ ਦਾਸ ਦੇ ਹਿਰਦੇ ਤੋਂ ਲੱਖ ਲੱਖ ਵਧਾਈ ਹੋਵੇ ਜੋ ਗੁਰੂ ਨਾਨਕ ਦਾ ਗੁਰਪੁਰਬ ਮਨਾ ਰਹੇ ਹੋ। ਹੁਣ ਆਓ 3 ਪੱਖਾਂ ਤੋਂ ਆਪਾਂ ਗੱਲ ਸਮਝ ਲਈਏ। ਗੁਰੂ ਨਾਨਕ ਦੇ ਨਾਨਕੇ, ਗੁਰੂ ਨਾਨਕ ਦੇ ਦਾਦਕੇ, ਗੁਰੂ ਨਾਨਕ ਦੀ ਨਗਰੀ। ਇਹ 3 ਪੱਖਾਂ ਦੇ ਇਤਿਹਾਸਕ ਤੱਥਾਂ ਦੁਆਰਾ ਆਪਾਂ ਸਮਝ ਲਈਏ ਤੇ ਸਮਝ ਲਓ ਗੁਰਪੁਰਬ ਮਨਾਉਣਾ ਸਫਲ ਹੋ ਜਾਏਗਾ। ਇਹ ਤਿੰਨੇ ਹੀ ਆਪਣੇ ਆਪਣੇ ਥਾਂ 'ਤੇ ਬੜੀ ਮਹਾਨਤਾ ਰੱਖਦੇ। ਗੁਰੂ ਨਾਨਕ ਦਾ ਬਜ਼ੁਰਗਾਂ ਦਾ ਜਿਹੜਾ ਖਾਨਦਾਨ ਹੈ, ਬੇਦੀ ਵੰਸ਼, ਬੜਾ ਲੰਮਾ ਇਤਿਹਾਸ ਹੈ। ਤ੍ਰੇਤੇ ਯੁੱਗ ਤੋਂ ਸ਼ੁਰੂ ਹੁੰਦਾ ਹੈ, ਦੁਆਪਰ ਤੱਕ ਪਹੁੰਚਿਆ ਹੈ। ਦੁਆਪਰ ਦੇ ਇਸ ਵੰਸ਼ ਦੇ ਕਿਹੜੇ ਕਿਹੜੇ ਰਾਜੇ ਹੋਏ, ਨਰੋਤਮ ਵਰਗੇ, ਭੋਜ ਵਰਗੇ, ਅੱਗੇ ਚੱਲ ਕੇ ਜਿਸ ਪ੍ਰਕਾਰ ਉਹਨਾਂ ਦੇ ਬਜ਼ੁਰਗ, ਉਹਨਾਂ ਦੇ ਵਿੱਚੋਂ ਆਪਾਂ ਮੁੱਕਦੀ ਗੱਲ ਆ ਵੀ ਲੰਮੀ ਲਿਸਟ ਸਾਰੀ ਛੱਡ ਦਈਏ ਤਾਂ ਗੁਰੂ ਨਾਨਕ ਦੇ ਪੜਦਾਦੇ ਤੋਂ ਸ਼ੁਰੂ ਕਰ ਲਈਏ ਤੇ ਕਾਫੀ ਲੰਮੀ ਹੈ ਲਿਸਟ ਵੀ ਪੜਦਾਦੇ ਦੀ। ਗੁਰੂ ਨਾਨਕ ਦਾ ਪੜਦਾਦਾ ਕੌਣ ਸੀ? ਗੁਰੂ ਨਾਨਕ ਦੇ ਪੜਦਾਦੇ ਦਾ ਨਾਮ ਹੈ ਰਾਮ ਨਾਰਾਇਣ। ਪਾਕਿਸਤਾਨ ਦੇ ਵਿੱਚ ਉਹ ਨਗਰ ਹੈ ਗੋਡੇ ਪਿੰਡ। ਤੇ ਹੁਣ ਪੰਜਾਬ ਦੀ ਧਰਤੀ ਦੇ ਵਿੱਚ ਵੀ ਕੁਝ ਸਮੇਂ ਤੋਂ ਕੁਝ ਲੇਖਕਾਂ ਨੇ ਸਾਬਤ ਕੀਤਾ ਜੀ ਇਹ ਨਗਰ ਤਾਂ ਜੱਦੀ ਪਿੰਡ ਇੱਥੇ ਹੀ ਹੈ। ਮੇਰਾ ਕੋਈ ਵਿਰੋਧ ਨਹੀਂ, ਪਰ ਮੈਂ ਜੋ ਤਵਾਰੀਖ 'ਚ ਪੜ੍ਹਿਆ ਮੈਂ ਉਹਦੇ ਹਵਾਲੇ ਅਨੁਸਾਰ ਚੱਲ ਰਿਹਾ। ਗੋਡੇ ਪਿੰਡ ਦੇ ਵਿੱਚ ਰਹਿਣ ਵਾਲੇ ਬੇਦੀ ਵੰਸ਼ ਬਾਬਾ ਰਾਮ ਨਾਰਾਇਣ ਜੀ, ਉਹਨਾਂ ਦੇ ਘਰ ਬੇਟਾ ਪੈਦਾ ਹੁੰਦਾ ਹੈ। ਉਹਦਾ ਨਾਮ ਰੱਖਿਆ ਸ਼ਿਵਰਾਮ, ਬਾਬੇ ਰਾਮ ਨਾਰਾਇਣ ਜੀ ਦਾ ਪੁੱਤਰ। ਜਿਹੜਾ ਬਾਬਾ ਰਾਮ ਨਾਰਾਇਣ ਹੈ, ਇਸ ਨੂੰ ਗੁਰੂ ਨਾਨਕ ਨੇ ਆਪਣਾ ਪੜਦਾਦਾ ਹੋਣ ਦਾ ਮਾਣ ਦੇਣਾ ਹੈ। ਜਿਹੜਾ ਉਹਨਾਂ ਦੇ ਬੇਟਾ ਜੰਮਿਆ ਹੋਇਆ ਸ਼ਿਵਰਾਮ, ਇਹ ਗੁਰੂ ਨਾਨਕ ਦੇ ਦਾਦਾ ਹੋਣ ਦਾ ਮਾਣ ਪ੍ਰਾਪਤ ਕਰੇਗਾ। ਅੱਜ ਬੱਚੇ ਰੂਪ 'ਚ ਜਨਮਿਆ। ਬਾਬੇ ਰਾਮ ਨਾਰਾਇਣ ਦਾ ਪੁੱਤਰ ਵੱਡਾ ਹੋਇਆ, ਨੌਜਵਾਨ ਹੋ ਗਿਆ। ਉਹਦੀ ਸ਼ਾਦੀ ਚੰਗੇ ਘਰਾਣੇ ਦੀ ਲੜਕੀ ਪ੍ਰਾਪਤ ਹੋ ਗਈ। ਬਾਬਾ ਰਾਮ ਨਾਰਾਇਣ ਜੀ ਆਪਣੇ ਗ੍ਰਸਤੀ ਜੀਵਨ ਦੇ ਵਿੱਚ ਕਾਮਯਾਬ ਹੋ ਗਏ, ਜ਼ਿੰਮੇਵਾਰੀਆਂ ਤੋਂ ਵਿਹਲੇ ਹੋ ਗਏ। ਪੁੱਤਰ ਨੂੰ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ, ਪੜ੍ਹਾ ਲਿਖਾ ਦਿੱਤਾ, ਪੈਰਾਂ 'ਤੇ ਖੜਾ ਕਰ ਦਿੱਤਾ। ਬਾਬਾ ਸ਼ਿਵਰਾਮ ਜੀ ਦੇ ਘਰ ਜਿਹੜੀ ਉਹਨਾਂ ਦੀ ਧਰਮ ਸਪਤਨੀ ਆਈ, ਉਹਦਾ ਨਾਮ ਬਨਾਰਸੀ ਹੈ, ਜਿਸ ਨੂੰ ਗੁਰੂ ਨਾਨਕ ਦੀ ਦਾਦੀ ਹੋਣ ਦਾ ਮਾਣ ਪ੍ਰਾਪਤ ਹੋਣਾ ਹੈ। ਅੱਜ ਇਸ ਘਰ ਦੀ ਬਹੂ ਬਣ ਕੇ ਆਈ ਹੈ। ਤੇ ਗੁਰੂ ਨਾਨਕ ਦੇ ਪੜਦਾਦੇ ਤੋਂ ਦਾਦੇ ਤੱਕ ਮੈਂ ਇਤਿਹਾਸ ਕਹਿ ਕੇ ਇੱਥੇ ਇਸ ਨੂੰ ਥੋੜ੍ਹਾ ਜਿਹਾ ਵਿਸਰਾਮ ਦਿਆਂਗਾ, ਇੱਥੇ ਰੁਕਣਾ ਹੋਏਗਾ। ਉਹਨਾਂ ਸਮਿਆਂ ਦੇ ਅੰਦਰ ਦਿੱਲੀ ਦੇ ਤਖਤ ਨੇ ਇੱਕ ਫੈਸਲਾ ਕੀਤਾ ਕਿ ਲਾਲਚ ਦੇ ਵਸ ਇਹਨਾਂ ਦਾ ਧਰਮ ਪਰਿਵਰਤਨ ਕਰੋ। ਜਿਵੇਂ ਹੁਣ ਵੀ ਗਿਆਨੀ ਜੀ ਹੋਰੀ ਦੱਸ ਰਹੇ ਸੀ, ਕੁਝ ਲੋਕ ਲੱਗੇ ਹੋਏ ਹੈ ਧਰਮ ਪਰਿਵਰਤਨ ਕਰਨ। ਤੁਹਾਡੇ ਬੱਚਿਆਂ ਨੂੰ ਵਿੱਦਿਆ ਦੇਣ ਦੇ ਬਹਾਨੇ ਉਹਨਾਂ ਨੇ ਆਪਣੇ ਧਰਮ ਦੇ ਤੁਹਾਡੇ ਬੱਚਿਆਂ ਨੂੰ ਪੱਕਾ ਕਰਨਾ ਹੈ, ਵਰਨਾ
ਜੇ ਇਸ ਆਦਤ ਤੋਂ ਸਾਡੇ ਪੰਜਾਬੀ ਲੋਕ ਨਾ ਹਟੇ ਤਾਂ ਫਿਰ ਤੁਹਾਡੇ ਬੱਚੇ ਇਸ ਧਰਮ ਦੇ ਨਹੀਂ ਰਹਿਣਗੇ, ਕਿਸੇ ਹੋਰ ਗੈਰ ਧਰਮ ਦੇ ਵਿੱਚ ਸ਼ਾਮਲ ਹੋ ਜਾਣਗੇ। ਇਸ ਤੋਂ ਬਿਹਤਰ ਹੈ ਤੁਸੀਂ ਆਪਣੇ ਸਿੱਖਾਂ ਦੇ ਸਕੂਲਾਂ ਦੇ ਵਿੱਚ ਪੜ੍ਹਾਓ ਆਪਣੇ ਬੱਚਿਆਂ ਨੂੰ, ਜਿੱਥੇ ਗੁਰਬਾਣੀ ਵੀ ਸਿੱਖਣ, ਗੁਰਮਤ ਦੇ ਵਿੱਚ ਵੀ ਰਹਿਣ। ਨਹੀਂ ਪੱਲੇ ਕੱਖ ਨਹੀਂ ਰਹੇਗਾ, ਬੱਚੇ ਹੱਥੋਂ ਨਿਕਲ ਜਾਣਗੇ। ਜਿਹੜੇ ਧਰਮ ਦੇ ਅੰਦਰ ਬੱਚੇ ਨੂੰ ਇਹ ਸਿਖਲਾਈ ਹੈ ਕਿ 18 ਸਾਲ ਤੋਂ ਬਾਅਦ ਚਾਹੇ ਬੱਚੀ ਹੈ ਚਾਹੇ ਬੱਚਾ ਹੈ, ਉਹਦੀ ਆਪਣੀ ਜ਼ਿੰਦਗੀ ਹੈ, ਉਹਨਾਂ ਦੇ ਮਾਂ-ਬਾਪ ਰੁਲ ਰਹੇ ਨੇ, ਤੇ ਫਿਰ ਤੁਹਾਡੀ ਸੰਤਾਨ ਵੀ ਤੁਹਾਨੂੰ ਰੋਲ ਦੇਗੀ। ਤੇ ਨਹੀਂ ਤਾਂ ਫਿਰ ਗੁਰਮਤ ਵਿੱਚ ਆਪਣੇ ਬੱਚਿਆਂ ਨੂੰ ਰੱਖਣ ਦੀ ਥੋੜ੍ਹੀ ਜਿਹੀ ਹਿੰਮਤ ਕਰੋ। ਧਰਮ ਪਰਿਵਰਤਨ ਕਰਨ ਦੇ ਵਾਸਤੇ ਉਹਨਾਂ ਨੇ ਲਾਲਚ ਦੇਣਾ ਸ਼ੁਰੂ ਕੀਤਾ। ਤਵਾਰੀਖ ਦੇ ਹਵਾਲੇ ਅਨੁਸਾਰ ਦਿੱਲੀ ਦਾ ਤਖਤ ਕਾਮਯਾਬ ਹੋ ਗਿਆ ਇਸ ਗੱਲ ਵਿੱਚ। ਥਾਂ ਥਾਂ 'ਤੇ ਉਹਨਾਂ ਨੇ ਉਹ ਬੰਦਾ ਫੜਨਾ ਹੈ ਜਿਹਦੇ 'ਚ ਹਜ਼ਾਰਾਂ ਬੰਦੇ ਆਪਣੇ ਆਪ ਕਾਬੂ ਆ ਜਾਣ। ਇੱਕ ਫੜਨਾ, ਹਜ਼ਾਰਾਂ ਆਪਣੇ ਆਪ ਕਾਬੂ ਆ ਜਾਣ। ਇਸੇ ਪ੍ਰਕਾਰ ਇੱਕ ਬੜਾ ਉੱਚਾ ਖਾਨਦਾਨ ਭੋਏ ਨਾਮ ਦਾ ਜ਼ਿਮੀਂਦਾਰ ਹੋਇਆ ਉਸ ਇਲਾਕੇ। ਇਹ ਵੀ ਪਾਕਿਸਤਾਨ 'ਚ ਰਹਿ ਗਈ ਜਗ੍ਹਾ। ਰਾਜਪੂਤ ਖਾਨਦਾਨ ਸੰਬੰਧ ਹੈ ਇਹ ਜ਼ਿਮੀਂਦਾਰ। ਭੱਟੀਆਂ ਦੀ ਪਿੰਡੀ ਦੇ ਵਿੱਚ ਰਹਿਣ ਵਾਲਾ ਇਹ ਭੋਏ ਨਾਮ ਦਾ ਜ਼ਿਮੀਂਦਾਰ ਹੈ। ਸਰਕਾਰ ਦੀ ਅੱਖ ਇਹਦੇ 'ਤੇ ਆ ਗਈ। ਇਹਦੇ ਨਾਲ ਮੀਟਿੰਗਾਂ ਹੋਈਆਂ। ਮੁਲਾਕਾਤਾਂ ਤੋਂ ਬਾਅਦ ਇਹਨੂੰ ਦੱਸਿਆ ਗਿਆ ਵੀ ਤੈਨੂੰ 10 ਪਿੰਡਾਂ ਦਾ ਰਾਜ ਦੇਵਾਂਗੇ ਅਸੀਂ। ਪਿੰਡਾਂ ਦਾ ਰਾਜ ਤਾਂ 5 ਦਾ ਬਹੁਤ ਹੁੰਦਾ। ਭਗਵਾਨ ਕ੍ਰਿਸ਼ਨ 5 ਪਿੰਡਾਂ ਦਾ ਰਾਜ ਕਹਿੰਦੇ ਸੀ। ਦੁਰਯੋਧਨ ਵੀ ਦੇ ਆਪਣੇ ਭਰਾਵਾਂ ਨੂੰ 10 ਪਿੰਡਾਂ ਦਾ ਰਾਜ। ਔਰ ਦਿੱਲੀ ਦੇ ਤਖਤ ਵੱਲੋਂ ਇੱਕ ਖਿਤਾਬ ਮਿਲੇਗਾ ਰਾਏ ਦਾ। ਉਹਦਾ ਮਨ ਲਵਾਹਿਮਾਨ ਹੋ ਗਿਆ। ਉਸਨੇ 1471 ਵਿਕਰਮੀ ਸੰਮਤ ਵਿੱਚ ਆਪਣਾ ਧਰਮ ਪਰਿਵਰਤਨ ਕਰ ਲਿਆ। ਉਹ ਮੁਸਲਮਾਨ ਬਣ ਗਿਆ। ਉਹਨੇ ਸੁੰਨਤ ਕਰਾ ਲਈ, ਉਹਨੇ ਕਲਮਾ ਪੜ੍ਹ ਲਿਆ, ਉਹ ਇਸਲਾਮ ਵਿੱਚ ਸ਼ਾਮਲ ਹੋ ਗਿਆ। ਉਹਦੇ ਨਾਲ ਹਜ਼ਾਰਾਂ ਲੋਕ ਹੋਰ ਵੀ ਸ਼ਾਮਲ ਹੋ ਗਏ। ਇਹਨੂੰ 10 ਪਿੰਡਾਂ ਦਾ ਪੱਟਾ ਸਰਕਾਰ ਨੇ ਲਿਖ ਕੇ ਦੇ ਦਿੱਤਾ। ਮੁਸਲਮਾਨ ਬਣਨ ਦੇ ਕਾਰਨ ਇਸ ਨੂੰ ਮੈਕੀ ਪਦਾਰਥ ਮਿਲ ਗਏ। ਇਹਨੂੰ ਕਿ ਖਿਤਾਬ ਮਿਲ ਗਿਆ ਰਾਏ ਦਾ। ਇਸ ਨੇ 10 ਪਿੰਡਾਂ ਦਾ ਆਪਣੀ ਨਿਸ਼ਾਨਦੇਹੀ ਸਰਕਾਰ ਦੇ ਕੋਲੋਂ ਲੈਂਦਿਆਂ ਕਰਦਿਆਂ ਇਹਨੂੰ ਕੁਝ ਸਾਲ ਲੰਘ ਗਏ। 15 ਸਾਲ ਦੇ ਵਿੱਚ ਇਹਨੇ ਸਾਰੀ ਨਿਸ਼ਾਨਦੇਹੀ ਲੈ ਕੇ ਆਪਣਾ ਕੰਮ ਮੁਕੰਮਲ ਕਰ ਲਿਆ। 1485 ਵਿੱਚ ਇਸ ਨੇ ਆਪਣੀ ਅਕਲ ਦੇ ਅਨੁਸਾਰ ਕਿ 10 ਪਿੰਡਾਂ ਦਾ ਸੈਂਟਰ ਕਿੱਥੇ ਬਣਦਾ ਹੈ, ਜਿੱਥੋਂ 10 ਪਿੰਡਾਂ ਦਾ ਮਾਮਲਾ ਕਰਾਉਣ ਵਾਸਤੇ ਦੂਰੀ ਨਾ ਕੋਈ ਜ਼ਿਆਦਾ ਹੋਵੇ, ਉਹਨੇ ਆਪਣੀ ਉਸ ਜਗ੍ਹਾ ਦੇ ਵਿੱਚ ਰੜੇ ਮੈਦਾਨ ਇੱਕ ਖੁੱਲ੍ਹੀ ਜਗ੍ਹਾ ਦੇਖ ਕੇ ਉਹਨੇ ਕਿਹਾ ਇੱਥੇ ਇੱਕ ਨਵਾਂ ਪਿੰਡ ਵਸਾਇਆ ਜਾਏ। ਉਹਨੇ 1485 ਵਿਕਰਮੀ ਸਮਝ ਇੱਕ ਨਵੇਂ ਪਿੰਡ ਦਾ ਨਿਰਮਾਣ ਕੀਤਾ। ਉਸ ਪਿੰਡ ਦਾ ਨਾਂ ਉਸ ਨੇ ਰੱਖਿਆ ਤਲਵੰਡੀ। ਪਰ ਤਲਵੰਡੀ ਦੇ ਨਾਲ 2 ਆਪਣੇ ਜਿਹੜੇ ਖਿਤਾਬ ਵਾਲਾ ਤੇ ਜਿਹੜਾ ਉਹਦਾ ਜਨਮ ਦਾ ਨਾਂ ਸੀ, ਭੋਏ ਇਹਦਾ ਨਾਂ ਸੀ, ਰਾਏ ਇਹਦਾ ਖਿਤਾਬ ਸੀ। ਪਿੰਡ ਦਾ ਨਾਮ ਰੱਖਿਆ ਤਲਵੰਡੀ ਤੇ ਇਹ ਨਗਰ ਵਸਿਆ ਇਸ ਤਰੀਕੇ ਦੇ ਰਾਏ ਭੋਏ ਦੀ ਤਲਵੰਡੀ। ਇਹ ਬਣਿਆ ਉਹ ਨਗਰ ਜਿੱਥੇ ਗੁਰੂ ਨਾਨਕ ਨੇ ਅਵਤਾਰ ਧਾਰਨਾ ਹੈ। ਉਹ ਤਾਂ ਸੀ ਨਾ ਬੇਦੀਆਂ ਦਾ ਖਾਨਦਾਨ। ਇਹ ਹੈ ਨਗਰ ਦੀ ਬਾਤ। ਤਨ ਸੋ ਗਾਉਂ ਤਨ ਸੋ ਠਾਉ, ਤਨ ਪਵੀਤ ਕੁਟੰਬ ਸਭ ਲੋਏ। ਤਨ ਪੁਨੀਤ ਕੁਟੰਬ ਸਭ ਲੋਏ। ਉਹ ਪਰਿਵਾਰ ਦੇ ਜੀਅ ਵੀ ਧਨ ਜਿਨ੍ਹਾਂ ਜਿਨ੍ਹਾਂ ਦਾ ਰਿਸ਼ਤਾ ਜੁੜਿਆ। ਉਹ ਗਾਉਂ ਪਿੰਡ ਵੀ ਧਨਤਾ ਦੇ ਯੋਗ ਹੈ ਜਿੱਥੇ ਅਵਤਾਰ ਹੋਇਆ ਗੁਰੂ ਨਾਨਕ ਦਾ। ਇਸ ਕਰਕੇ ਇਹ ਸੀ ਪਿੰਡ ਦਾ ਕੁਛ ਇਤਿਹਾਸ। ਹੁਣ ਇਸ ਤੋਂ ਅੱਗੇ ਇਤਿਹਾਸ ਚੱਲਦਾ ਹੈ। ਮੁੜ ਕੇ ਫਿਰ ਧਿਆਨ ਦਿਓ, ਬਾਬਾ ਰਾਮ ਨਾਰਾਇਣ ਜੀ ਦੇ ਪੁੱਤਰ ਸ਼ਿਵ ਰਾਮ ਜੀ ਜੋ ਸ਼ਾਦੀशुदा ਹੋ ਗਏ, ਬਾਬਾ ਰਾਮ ਨਾਰਾਇਣ ਜੀ ਸੰਸਾਰ ਤੋਂ ਵਿਦਾ ਹੋ ਗਏ। ਇਹ ਸੰਸਾਰ ਹੈ। ਫਰੀਦ ਸਾਹਿਬ ਨੇ ਕਿਹਾ, ਫਰੀਦਾ ਕਿੱਥੇ ਤੈਂਡੇ ਮਾਫੀਆਂ ਦੀ ਨਹੀਂ ਤੂੰ ਜਣਿਆ ਹੋਏ। ਸਭ ਨੇ ਜਾਣਾ ਹੈ, ਇਹ ਤਾਂ ਸੁਪਨੇ ਦੀ ਖੇਡ ਹੈ, ਤੁਹਾਡੀ ਸਾਡੀ ਸਭ ਦੀ। ਪਹਿਲੇ ਚਲੇ ਗਏ,
ਹੁਣ ਜਾ ਰਹੇ ਨੇ, ਰਹਿੰਦੇ ਨੇ ਜਿਹੜੇ ਉਹ ਵੀ ਜਾਣਗੇ। ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਵੀ ਹੁਣ ਜਾਏ। ਉਸ ਵੇਲੇ ਫਿਰ ਰਾਏ ਭੋਏ ਜਿਹੜਾ ਸੀ, ਇਹ ਰਾਏ ਜੀ ਆ ਕੇ ਬੇਦੀਆਂ ਦੇ ਖਾਨਦਾਨ ਕੋਲ ਇੱਕ ਇੱਛਾ ਜ਼ਾਹਰ ਕਰਦਾ ਹੈ। ਉਹਨੇ ਕਿਹਾ, ਬੇਦੀ ਸਾਹਿਬ, हे ਬਾਬਾ ਸ਼ਿਵ ਰਾਮ ਜੀ, ਮੈਂ ਆਪਣੀ ਲੋੜ ਵਾਸਤੇ ਤੇਰੇ ਕੋਲ ਚੱਲ ਕੇ ਆਇਆ। ਮੈਨੂੰ ਇੱਕ ਇਮਾਨਦਾਰ ਬੰਦਾ ਚਾਹੀਦਾ ਹੈ, ਪੜ੍ਹਿਆ ਲਿਖਿਆ ਵੀ ਹੋਵੇ ਤੇ ਇਮਾਨਦਾਰ ਵੀ ਹੋਵੇ। ਬਹੁਤ ਸਾਰੇ ਪੜ੍ਹੇ ਲਿਖੇ ਹੁੰਦੇ ਆ ਪਰ ਇਮਾਨਦਾਰ ਨਹੀਂ ਹੁੰਦੇ, ਬਹੁਤ ਸਾਰੇ ਇਮਾਨਦਾਰ ਹੁੰਦੇ ਨੇ ਪਰ ਪੜ੍ਹੇ ਲਿਖੇ ਨਹੀਂ ਹੁੰਦੇ। ਇਹ ਦੋਨੇ ਗੱਲਾਂ ਬੇਦੀ ਖਾਨਦਾਨ ਦੇ ਵਿੱਚ ਭਰਪੂਰ ਸਨ, ਕੁੱਟ-ਕੁੱਟ ਕੇ ਭਰੀਆਂ ਹੋਈਆਂ ਸਨ, ਇਮਾਨਦਾਰੀ ਵੀ ਔਰ ਪੜ੍ਹਾਈ ਲਿਖਾਈ। ਮੈਂ 10 ਪਿੰਡਾਂ ਦਾ ਤੁਹਾਨੂੰ ਪਟਵਾਰੀ ਲਾਉਣਾ ਚਾਹੁੰਦਾ। ਪਟਵਾਰੀ ਅੱਜ ਕੱਲ੍ਹ ਕੇ ਪਟਵਾਰੀ ਵਰਗੀ ਇਹ ਉਹਦਾ ਨਾ ਸਮਝਣਾ। ਉਸ ਵੇਲੇ ਅੱਜ ਦੇ DC ਦੇ ਕੋਲ ਜੋ ਅਧਿਕਾਰ ਨੇ, ਐਡਾ ਵੱਡਾ ਪਟਵਾਰੀ ਦੇ ਕੋਲ ਅਧਿਕਾਰ ਹੁੰਦੇ ਸੀ। ਹਿਮਾਚਲ ਦੇ ਵਿੱਚ ਅੱਜ ਵੀ ਪਟਵਾਰੀ ਦੇ ਅਧਿਕਾਰ ਜਾ ਕੇ ਦੇਖੋ, ਉੱਥੇ ਕਿੰਨੇ, ਭਾਵੇਂ ਡਿਪਟੀ ਕਮਿਸ਼ਨਰ ਜਿੰਨੇ ਨਹੀਂ, ਪਰ ਫਿਰ ਵੀ ਬਹੁਤ ਅਧਿਕਾਰ ਵੇਖਿਆ ਗਿਆ। ਉਹਨੇ ਕਿਹਾ, ਸ਼ਿਵ ਰਾਮ ਜੀ, ਮੈਨੂੰ ਪਤਾ ਵੀ ਤੁਸੀਂ ਮੇਰੇ ਨਾਲ ਨਾਰਾਜ਼ ਹੋ, ਮੈਨੂੰ ਇਹ ਵੀ ਪਤਾ ਵੀ ਤੁਸੀਂ ਕਿਉਂ ਨਾਰਾਜ਼ ਹੋ, ਕਿਉਂਕਿ ਮੈਂ ਧਰਮ ਪਰਿਵਰਤਨ ਕਰ ਲਿਆ ਹੈ, ਮੈਂ ਮੁਸਲਮਾਨ ਬਣ ਗਿਆ ਹਾਂ, ਮੈਂ ਲਾਲਚੀ ਹਾਂ, ਮੈਂ ਈਮਾਨ ਤੋਂ ਡਿੱਗ ਗਿਆ ਹਾਂ, ਜੋ ਕੁਛ ਤੁਸੀਂ ਕਹਿਣਾ ਮੈਂ ਆਪ ਹੀ ਕਹਿ ਲੈਣਾ। ਇਹ ਸਭ ਕੁਝ ਸੱਚ ਹੈ, ਪਰ ਇਹਦੇ ਨਾਲ ਇੱਕ ਸੱਚ ਹੋਰ ਵੀ ਤਾਂ ਹੈ। ਸ਼ਿਵ ਰਾਮ ਜੀ ਕਹਿੰਦੇ, ਉਹ ਕਿਹੜਾ ਸੱਚ ਹੈ? ਕਹਿੰਦੇ, ਉਹ ਸੱਚ ਹੈ ਵੀ ਆਪਣੇ ਦੋਨਾਂ ਖਾਨਦਾਨਾਂ ਦੀ ਪੁਸ਼ਤ ਦਰ ਪੁਸ਼ਤ ਮਿਲਵਰਤਨ ਚਲਿਆ ਆ ਰਿਹਾ ਹੈ। ਮੈਂ ਧਰਮ ਬਦਲਿਆ, ਖਾਨਦਾਨ ਦਾ ਪਿਆਰ ਨਹੀਂ ਬਦਲਿਆ। ਮੇਰੇ ਹਿਰਦੇ ਦੇ ਅੰਦਰ ਉਹੀ ਪਿਆਰ ਹੈ ਤੁਹਾਡੇ ਲਈ। ਮੈਂ ਗੁਜ਼ਾਰਿਸ਼ ਕਰਦਾ ਹਾਂ, ਮੇਰੀ ਲੋੜ ਪੂਰੀ ਕਰਨ ਵਾਸਤੇ ਮੇਰੇ ਨਵੇਂ ਪਿੰਡ ਤਲਵੰਡੀ ਵਿੱਚ ਚੱਲੋ, ਮਕਾਨ ਮੈਂ ਬਣਾ ਕੇ ਦਿਆਂਗਾ, ਜ਼ਮੀਨ ਦਾ ਟੁਕੜਾ ਤੁਹਾਡੇ ਵਾਸਤੇ ਮੈਂ ਦਿਆਂਗਾ, ਆਪਣਾ ਪਰਿਵਾਰ ਲੈ ਕੇ ਉੱਥੇ ਚਲੇ ਜਾਓ। ਬਾਬਾ ਸ਼ਿਵ ਰਾਮ ਜੀ ਨੇ ਇਹ ਪ੍ਰਸਤਾਵ ਸਵੀਕਾਰ ਕਰ ਲਿਆ। ਉਹ ਗੋਡੇ ਪਿੰਡ ਤਿਆਗ ਕੇ ਤਲਵੰਡੀ ਪਿੰਡ ਵਿੱਚ ਆ ਗਏ, ਗ੍ਰਸਤੀ ਜੀਵਨ ਆਪਣਾ ਸ਼ੁਰੂ ਕਰ ਲਿਆ। ਉਹਨਾਂ ਦੀ ਜੋ ਜ਼ਿੰਮੇਵਾਰੀ ਲੱਗੀ, ਉਹਨਾਂ ਨੇ ਪਟਵਾਰੀ ਦਾ ਕੰਮ ਸ਼ੁਰੂ ਕਰ ਲਿਆ, ਬਾਖੂਬੀ ਨਿਭਾਇਆ। ਉਹਨਾਂ ਦੇ ਘਰ 1497 ਬਿਕਰਮੀ ਸੰਮਤ ਵਿੱਚ ਇੱਕ ਪੁੱਤਰ ਨੇ ਜਨਮ ਲਿਆ, ਜਿਹੜਾ ਅੱਜ ਨਿੱਕੇ ਜਿਹੇ ਬਾਲ ਦੇ ਰੂਪ ਦੇ ਵਿੱਚ ਹੈ। ਕੱਲ੍ਹ ਨੂੰ ਇਸ ਨੇ ਗੁਰੂ ਨਾਨਕ ਦਾ ਪਿਤਾ ਬਣਨ ਦਾ ਮਾਣ ਪ੍ਰਾਪਤ ਕਰਨਾ ਹੈ। ਉਹਦਾ ਨਾਮ ਰੱਖਿਆ ਕਲਿਆਣ ਚੰਦ। 1501 ਵਿਕਰਮੀ ਸੰਮਤ ਵਿੱਚ ਦੂਸਰੇ ਬੇਟੇ ਨੇ ਜਨਮ ਲਿਆ ਸ਼ਿਵ ਰਾਮ ਜੀ ਦੇ ਘਰ ਮਾਤਾ ਬਨਾਰਸੀ ਦੀ ਕੁੱਖ ਤੋਂ। ਉਹਦਾ ਨਾਮ ਰੱਖਿਆ ਲਾਲ ਚੰਦ। ਇਹ ਗੁਰੂ ਨਾਨਕ ਦੇ ਚਾਚੇ ਦਾ ਨਾਮ ਹੈ, ਸਕਾ ਚਾਚਾ ਹੈ। ਇਸ ਕਰਕੇ ਉਸ ਵੇਲੇ ਸਮਾਂ ਜੋ ਕਰਵਟ ਲੈਂਦਾ, ਜਿਵੇਂ ਬਾਬਾ ਰਾਮ ਨਾਰਾਇਣ ਜੀ ਚਲੇ ਗਏ ਅਤੇ ਗ੍ਰਸਤੀ ਜੀਵਨ ਦੇ ਵਿੱਚ ਕਾਮਯਾਬ ਹੋ ਕੇ ਹੌਲੀ ਹੌਲੀ ਸਮਾਂ ਅੱਗੇ ਵੱਧਦਾ ਗਿਆ। ਅਤੇ ਬਾਬਾ ਸ਼ਿਵ ਰਾਮ ਜੀ ਆਪਣੀਆਂ ਜ਼ਿੰਮੇਦਾਰੀਆਂ ਤੋਂ ਵਿਹਲਾ ਹੋਣਾ ਚਾਹੁੰਦੇ ਸਨ। ਉਹਨਾਂ ਦਾ ਪੁੱਤਰ ਭਰ ਜਵਾਨੀ ਵਿੱਚ ਆ ਗਿਆ, ਬਾਬਾ ਕਲਿਆਣ ਚੰਦ। ਉਹ ਸੋਚਣ ਲੱਗੇ ਕਿ ਮੈਂ ਆਪਣੇ ਪੁੱਤਰ ਦਾ ਵਿਆਹ ਕਰ ਦਿਆਂ, ਜਿਵੇਂ ਮੇਰਾ ਵਿਆਹ ਮੇਰੇ ਪਿਤਾ ਨੇ ਆਪਣੇ ਹੁੰਦਿਆਂ ਕਰ ਦਿੱਤਾ। ਸੋਚ ਰਹੇ ਸਨ। ਦੂਸਰੇ ਪਾਸੇ ਹੁਣ ਗੁਰੂ ਨਾਨਕ ਦੇ ਨਾਨਕਿਆਂ ਵੱਲ ਚਲੋ। ਚਹਿਲਾ ਨਗਰ ਹੈ, ਪਾਕਿਸਤਾਨ ਦੇ ਵਿੱਚ ਹੈ। ਚਹਿਲਾ ਨਗਰ ਦੇ ਵਿੱਚ ਇੱਕ ਬੜਾ ਸਾਊ ਸ਼ਰੀਫ ਖਾਨਦਾਨ ਰਹਿੰਦਾ ਸੀ। ਉਸ ਖਾਨਦਾਨ ਦਾ ਬਜ਼ੁਰਗ ਸੀ, ਉਹਦਾ ਨਾਮ ਸੀ ਭਾਈ ਰਾਮਾ। ਇਹ ਉਹ ਸ਼ਖਸ ਹੈ ਜਿਹੜਾ ਗੁਰੂ ਨਾਨਕ ਦਾ ਨਾਨਾ ਹੋਣ ਦਾ ਮਾਣ ਪ੍ਰਾਪਤ ਕਰੇਗਾ। ਇਹਦੇ ਘਰ ਵਾਲੀ, ਇਹਦੀ ਅਰਧੰਗਨੀ, ਸਤਿਕਾਰਯੋਗ ਮਾਤਾ ਸਭਰਾਈ ਉਸ ਦਾ ਨਾਮ ਲਿਖਿਆ ਹੈ ਇਤਿਹਾਸ ਦੇ ਵਿੱਚ। ਇਹ ਗੁਰੂ ਨਾਨਕ ਦੀ ਨਾਨੀ ਹੋਣ ਦਾ ਮਾਣ ਪ੍ਰਾਪਤ ਕਰੇਗੀ। ਇਹਨਾਂ ਦੇ ਘਰ ਜੋ ਸੰਤਾਨ ਹੋਈ, ਇਹਨਾਂ ਦੇ ਬੇਟੇ ਨੇ ਜਨਮ ਲਿਆ, ਉਹਦਾ ਨਾਮ ਰੱਖਿਆ ਕ੍ਰਿਸ਼ਨਾ।
ਤੇ ਅੱਜ ਜਿਹੜਾ ਬੱਚਾ ਜੰਮਿਆ ਇਹ ਆਉਣ ਵਾਲੇ ਸਮੇਂ 'ਚ ਗੁਰੂ ਨਾਨਕ ਦਾ ਸਕਾ ਮਾਮਾ ਹੋਏਗਾ। ਗੁਰੂ ਨਾਨਕ ਦੇ ਮਾਮੇ ਦਾ ਨਾਂ ਹੈ ਜੀ ਕ੍ਰਿਸ਼ਨਾ। ਫਿਰ ਉਹਨਾਂ ਦੇ ਬੇਟੀ ਨੇ ਜਨਮ ਲਿਆ, ਉਹਦਾ ਨਾਮ ਰੱਖਿਆ ਤ੍ਰਿਪਤਾ। ਇਹਦੀ ਕੁੱਖ ਤੋਂ ਗੁਰੂ ਨਾਨਕ ਨੇ ਸੰਸਾਰ ਵਿੱਚ ਪ੍ਰਗਟ ਹੋਣਾ ਹੈ। ਉਸ ਤੋਂ ਬਾਅਦ ਇੱਕ ਹੋਰ ਬੇਟੀ ਨੇ ਜਨਮ ਲਿਆ, ਉਹਦਾ ਨਾਮ ਰੱਖਿਆ ਲੱਖੋ। ਇਹ ਗੁਰੂ ਨਾਨਕ ਦੀ ਮਾਸੀ ਹੈ। ਇਹ ਨਾਨਕੇ ਪਰਿਵਾਰ ਦਾ ਇਤਿਹਾਸ ਹੈ। ਉਹ ਬੱਚੀ ਜਦੋਂ ਜਵਾਨ ਹੁੰਦੀ ਹੈ ਤਾਂ ਬਾਬੇ ਸ਼ਿਵਰਾਮ ਦੇ ਪੁੱਤਰ ਕਲਿਆਣ ਚੰਦ ਜੀ ਦੇ ਨਾਲ ਸਗਾਈ ਹੋਈ, ਵਿਆਹ ਹੋਇਆ, ਗ੍ਰਸਤੀ ਜੀਵਨ ਸ਼ੁਰੂ ਹੋਇਆ। ਜਦੋਂ ਸੰਸਾਰ ਦੇ ਵਿੱਚ ਕਿਸੇ ਬੱਚੇ ਦੇ ਆਉਣ ਦੀ ਉਮੀਦ ਹੋ ਗਈ, ਕੁੱਖ ਹਰੀ ਹੋ ਗਈ, ਤਾਂ ਫਿਰ ਚਹਿਲਾਂ ਨਗਰ ਦੇ ਵਿੱਚ ਬਾਬਾ ਰਾਮਾ ਜੀ ਨੇ, ਕ੍ਰਿਸ਼ਨਾ ਜੀ ਨੇ, ਪਿਓ ਪੁੱਤਾਂ ਨੇ ਆਪਣੀ ਧੀ ਨੂੰ, ਕ੍ਰਿਸ਼ਨਾ ਜੀ ਨੇ ਆਪਣੀ ਭੈਣ ਨੂੰ ਉਸ ਵੇਲੇ ਦੇ ਰਿਵਾਜ ਅਨੁਸਾਰ ਕਿ ਪਹਿਲਾ ਬੱਚਾ ਨਾਨਕੇ ਪਰਿਵਾਰ ਵਿੱਚ ਹੋਇਆ ਕਰਦਾ ਸੀ। ਮਾਤਾ ਤ੍ਰਿਪਤਾ ਜੀ ਦੇ ਪੇਕੇ ਸਨ, ਉਹਨਾਂ ਨੂੰ ਲੈ ਗਏ। ਉੱਥੇ ਉਹਨਾਂ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਜਿਹਦੇ ਨਾਂ 'ਤੇ ਅੱਜ ਵੀ ਉੱਥੇ ਗੁਰਦੁਆਰਾ ਬਣਿਆ ਹੋਇਆ ਹੈ। ਉਸ ਵੇਲੇ ਨਾਂ ਰੱਖਣ ਦੀ ਬਾਤ ਆਈ ਕਿ ਨਾਂ ਕੀ ਰੱਖਿਆ ਜਾਏ। ਬੜੇ ਸਿੱਧੇ ਲੋਕ ਹੁੰਦੇ ਸੀ। ਜਿਹੜਾ ਬੁੱਧਵਾਰ ਨੂੰ ਪੈਦਾ ਹੋਇਆ ਕਿ ਬੁੱਧ ਸਿਉਂ ਰੱਖ ਦਿਓ, ਵੀਰਵਾਰ ਨੂੰ ਹੋਇਆ ਵੀਰ ਸਿਉਂ ਰੱਖ ਦਿਓ, ਮੰਗਲਵਾਰ ਨੂੰ ਹੋਇਆ ਮੰਗਲ ਸਿਉਂ ਰੱਖ ਦਿਓ, ਜਾਂ ਕਿਸੇ ਗੁਰੂ ਪੀਰਾਂ ਦੇ ਨਾਂ 'ਤੇ ਰੱਖ ਲਿਓ। ਸਿੱਧਾ ਜਾ ਕਹਿੰਦੇ ਜੀ ਨਾਨਕੀ ਪੈਦਾ ਹੋਈ ਹੈ ਅਤੇ ਨਾਂ ਇਹਦਾ ਨਾਨਕੀ ਰੱਖ ਦਿਓ। ਇਹ ਗੁਰੂ ਨਾਨਕ ਦੀ ਭੈਣ ਹੋਣ ਦਾ ਮਾਣ ਪ੍ਰਾਪਤ ਕਰੇਗੀ। ਅੱਜ ਵੀ ਉੱਥੇ ਚਹਿਲਾਂ ਨਗਰ ਦੀ ਭੈਣ ਨਾਨਕੀ ਦਾ ਗੁਰਦੁਆਰਾ ਬਣਿਆ ਹੋਇਆ ਹੈ। ਯਾਦਗਾਰੀ ਸਥਾਨ ਹੈ। ਬਹੁਤ ਕੁਛ ਇਤਿਹਾਸ ਸਾਡਾ ਪਾਕਿਸਤਾਨ 'ਚ ਹੈ। 5 ਸਾਲ ਭੈਣ ਨਾਨਕੀ ਨੂੰ ਪੈਦਾ ਹੋਏ ਨੂੰ ਹੋ ਗਏ। ਉਸ ਤੋਂ ਬਾਅਦ ਕੋਈ ਸੰਤਾਨ ਨਹੀਂ ਹੋਈ। ਹੁਣ ਸਮਾਂ ਉਹ ਆਇਆ ਜਿਹੜਾ ਅੱਜ ਦਾ ਦਿਨ ਹੈ। ਇਹ ਅੱਜ ਦਾ ਮੁਬਾਰਕ ਦਿਨ ਕਿਵੇਂ ਆਇਆ? ਇਹ ਤਾਂ ਸੀ ਬਾਬਾ ਕਲਿਆਣ ਚੰਦ ਜੀ, ਮਾਤਾ ਤ੍ਰਿਪਤਾ ਜੀ, ਭੈਣ ਨਾਨਕੀ ਜੀ, ਇਹਨਾਂ ਦੇ ਪਰਿਵਾਰ ਦੀ ਕੁਝ ਗੱਲ ਸੀ। ਤੇ ਦੂਸਰੇ ਪਾਸੇ ਰਾਏ ਭੋਏ ਦੀ ਮੌਤ ਹੋ ਗਈ ਹੈ। ਤੇ ਜਿਸ ਵੇਲੇ ਰਾਏ ਭੋਏ ਦੀ ਮੌਤ ਹੋਈ, ਉਹਦੇ ਥਾਂ 'ਤੇ ਉਹਦਾ ਪੁੱਤਰ ਰਾਏ ਬੁਲਾਰ ਗੱਦੀ ਨਸ਼ੀਨ ਉਸ ਗੱਦੀ 'ਤੇ ਆ ਗਿਆ। ਜਦੋਂ ਉਹ ਗੱਦੀ 'ਤੇ ਆਇਆ ਤਾਂ ਉਸ ਵੇਲੇ ਇੱਧਰ ਬਾਬਾ ਸ਼ਿਵਰਾਮ ਜੀ ਚੜ੍ਹਾਈ ਕਰ ਚੁੱਕੇ ਸੀ। ਉਹਨਾਂ ਨੇ ਪੁਰਾਣੀ ਸਾਂਝ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਦੇ ਹੋਏ ਬਾਬਾ ਕਲਿਆਣ ਚੰਦ ਜੀ ਨੂੰ ਉਹਨਾਂ ਦੇ ਪਿਤਾ ਦੀ ਤਰ੍ਹਾਂ ਆਪਣੇ 10 ਪਿੰਡਾਂ ਦਾ ਪਟਵਾਰੀ ਲਾ ਲਿਆ। ਜਿੱਥੇ ਅਸੀਂ ਧੀ ਨੂੰ ਵਿਆਹੁੰਦੇ ਹਾਂ, ਸਾਡੇ ਕੋਲ 2-3 ਗੱਲਾਂ ਹੀ ਹੁੰਦੀਆਂ। ਮਕਾਨ ਚੰਗਾ ਹੋਵੇ ਬੇਟੀ ਵਾਸਤੇ, ਪਦਾਰਥ ਚੰਗਾ ਹੋਵੇ, ਖਾਨਦਾਨ ਚੰਗਾ ਹੋਵੇ, ਇੱਜ਼ਤਦਾਰ ਹੋਣ, ਪੜ੍ਹਿਆ ਲਿਖਿਆ ਹੋਵੇ। ਇਹ ਸਾਰਾ ਕੁਛ ਇਹ ਖਾਨਦਾਨ 'ਚ ਹੈ ਸੀ। ਇਹ ਇਸ ਜਨਮ ਦੀ ਕਹਾਣੀ ਹੈ ਜਿਹੜੀ ਗ੍ਰੰਥਾਂ 'ਚ ਸੁਣੀ ਹੈ। ਇੱਕ ਪੁਰਾਣਾ ਇਤਿਹਾਸ ਡਾਕਟਰ ਭਾਈ ਵੀਰ ਸਿੰਘ ਜੀ ਨੇ ਖੋਜਿਆ ਹੈ। ਉਹਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਹ ਕੀ ਹੈ? ਇਸ ਲੜੀ ਦੇ ਮੋਤੀ ਨੂੰ ਉੱਥੋਂ ਵੀ ਚੁਣ ਕੇ ਨਾਲ ਜੋੜ ਲਈਏ, ਚੰਗੀ ਬਾਤ ਹੋਏਗੀ। ਬੜਮੁੱਲਾ ਮੋਤੀ ਹੈ। ਉਹ ਲਿਖਦੇ ਹੈ, ਇੱਕ ਪਾਣੀ ਦਾ ਛੰਭ ਭਰਿਆ ਹੋਇਆ ਸੀ। ਉਹਨਾਂ ਦੀ ਲੇਖਣੀ ਬੜੀ ਜਾਨਦਾਰ ਹੈ। ਉਹਦੇ ਕਿਨਾਰੇ 'ਤੇ ਤਪਸਵੀ ਬੈਠੇ ਸਨ। ਲਿਖਿਆ ਹੈ ਕਿ ਕੁਝ ਤਪਸਵੀ ਪਾਣੀ 'ਚ ਖੜ੍ਹ ਕੇ ਤਪ ਕਰਦੇ ਸੀ ਸਰਦੀ ਦੀ ਮੌਸਮ ਵਿੱਚ, ਕੁਝ ਪੁੱਠੇ ਲਟਕ ਕੇ ਤਪ ਕਰਦੇ ਸੀ, ਕੁਝ ਚੌਂਕੜਾ ਮਾਰ ਕੇ ਤਪ ਕਰਦੇ ਸੀ, ਕੋਈ ਯੋਗਾ ਅਭਿਆਸ ਕਰਦਾ ਸੀ। ਸਾਧਕ ਆਪਣੀ ਆਪਣੀ ਸਾਧਨਾ 'ਚ ਲੱਗੇ ਨੇ। ਉਹਨਾਂ ਦਾ ਜੋ ਮੰਡਲੇਸ਼ਵਰ ਹੈ ਉਹਨਾਂ ਨੂੰ ਉੱਚਿਆਂ ਕਰਨ ਦੇ ਵਿੱਚ ਸਹਾਇਤਾ ਕਰਦਾ ਹੈ, ਯੋਗ ਅਗਵਾਈ ਕਰ ਰਿਹਾ ਹੈ। ਇੱਕ ਦਿਨ ਕੀ ਹੋਇਆ, ਉਹਨਾਂ ਤਪਸਵੀਆਂ ਦੇ ਵਿੱਚੋਂ ਇੱਕ ਤਪਸਵੀ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਜੋ ਸ਼ਕਤੀ ਹੈ, ਵਿਅਕਤੀ ਨਹੀਂ, ਵਿਅਕਤੀ ਰੂਪ ਦੇ 'ਚ ਪ੍ਰਗਟ ਹੋ ਜਾਂਦੀ ਹੈ ਕੁਝ ਸਮੇਂ ਵਾਸਤੇ। ਜਿਵੇਂ ਧੰਨੇ ਨੂੰ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬੜ ਭਾਗਾ। ਪਰਮਾਤਮਾ ਪ੍ਰਗਟ ਹੋ ਗਏ। ਆਵਾਜ਼ ਆਈ, ਤਪਸਵੀ ਬ੍ਰਹਮਭੂ। ਇਹਦਾ ਮਤਲਬ ਹੈ ਕਿ ਵਰ ਮੰਗੋ।
मैं आ गया, की चाहिए। ये तपस्वी परमात्मा दे दर्शन करके मोहन मोह लिया मन मोह, इन्ना मन मोहित हो गया, इनू मुक्ति मंगना तो चेते ही भुल गया कि मैनू मुक्त कर दे। इनू ये चेते ही भुल गया कि मेरी उम्र बुढ़ापे विच है। इनू ये चेता भुल गया कि मैं ब्रह्मचारी हाँ। इन्हें मंग मंगी गृहस्थियां वाली, कहते दाता तेरे दीदार करके मेरे मन दे विच एक लोभ पैदा हो गया, एक लालच जा गया है मेरे हिरदे दे विच। तपस्वी की लालच है? जो मांगे ठाकर अपने ते सोई सोई, मंग दिल खोल के मंग। कहन लगे जी फिर मैनू किरपा करो, मेरी गोद विच खेडो, एक निक्का जा स्वरूप बन के मेरे पुत्र दे रूप विच बन के आ जाओ, मैं तैनू लाड लड़ावां ते मैं मेरी तपस्या सबरी हो जाएगी। परमेश्वर क्या तथास्तु, ऐसा ही होएगा। खेड समाप्त हो गई। ये तपस्वी जाता है अपने गुरदेव दे कोल, एकांत विच अपने गुरु नूं कहंदा है, गुरुदेव मैनू परमेश्वर दे दर्शन होए। विद्यार्थी कामयाब होवे, उस्ताद दा मान बध है। उन्हें कहा बड़ी बहुत चंगी गल तू मैनू दस रहे हैं, मेरा शिष्य कामयाब हो गया। अच्छा दस फिर की मंगया? जद इन्हें दसिया भी मैं आ मंगया। कहन लगे तपस्वी इन्ना कुछ घालना घाल के तू खेह दे विच रला दित्ती है। हाथी दे इशनान वाली गल कर ली है। हाथी दे इशनान दा कोई महत्ता नहीं रखता, मिट्टी कट्टा अपने ऊपर पा लैंदा है। तेरी मंग गलत है जी। किस तरह गलत है? तू ये नहीं सोचा कि तू ब्रह्मचारी है, बाल जती है, तू एक तपस्वी है, गृहस्थी नहीं, और तू बुढ़ापे दे विच है। संतान कित्थों डिगेगी? आकाश तो आएगी संतान। ये गृहस्थियां वाली मंग तेनू किहने कह दिता सी मंगण नूं? कहंदा ओहो गुरुदेव मेरे कोलों गलती हो गई, मेरे दिमाग ने काम नहीं किया। कहंदे माया दा पड़दा पै गया, फिर हुण की होएगा? वो कहंदे मेरी जाचे होएगा तो ऐसा भी परमेश्वर तो अपने बचनों अनुसार तेरे पुत्र बन के आएगा, पर तेरा ये जन्म नहीं अगला जन्म होएगा। पर एक गल याद रखी, मैनू मेरे नेत्रां द्वारा जो दिस रहा है, मैनू लगता है जे तू नाल ये मंग लैंदा कि जदों तू मेरा पुत्र बन के आएगा मैनू ये ज्ञान रहे कि तू परमेश्वर है, तैं ये क्यों नहीं मंगया? हुण तू परमात्मा का निरादर करेगा, तू पुत्र समझ के झिड़केगा, तू पुत्र समझ के बेअदबी करेगा, उसकी मार कुटाई करेगा तू उसकी, जिवें आम बाप कुटदे ने पुत्रां नूं। कौन लेखा देगा इसका? वो कंब गया, कहन लगा गुरुदेव मैनू बचा लो, मैं रब का निरादर करेगा? कहते अवश्य, क्योंकि ज्ञान नहीं हो गया तैनू भी रब है। महाराज फिर तुसी मेरा कुछ भला करो। कहते एक हो सकता है कि कहते तैनू दर्शन हो गए, मैनू अजे होए नहीं। मेरी प्रारब्ध दे विच एक जन्म होर लिखिया तपस्वी दा, उस जन्म दे विच मैनू दर्शन होणगे। बई एक हो सकता है सज्जना, मैं भी तेरे किते लागे शागे अपना शरीर धारण कर लवांगा ते तैनू मैं समझाउंदा रहांगा। ये नहीं पता भी मेरे समझाए तो समझेगा या नहीं, फिर भी यही गल कह दी। वो मंडलेश्वर सी जिहड़ा, वो बनया राय बुलार, ਇਹਦਾ गुरु सी। वो तपस्वी बनया बाबा कल्याण चंद, तो गल तो उही चपेड़ा तो मार दित्तियां सी। फिर राय बुलार तो कल पिया सी, मेरे खुदा दे उन्होंने ज्ञान है। इस करके राय बुलार वो तपस्वी है बनाना। तो जिस वेले ऐन समा यह आन पहुँचया, उधर कलमल होई मेदनी, अरदास करे लिवलाए, सच्चे ही सुनिया कन दे, ध्यान नाल सुन लिया। तीरक देवै सह सुभाए, इंद्रे नूं फरमाया बुठा शह वरताए। कल काती राजे का साई, धर्म कम पंख कर उड़ रहा, कूड़ अमाव सच चंद्रमा दिशा नहीं कह चढ़िया। हों पाल भी को नहीं हुई, अधेरे राह ना कोई,
ਵਿੱਚ ਹਉਮੈ ਕਰ ਦੁਖ ਰੋਈ, ਕਹੋ ਨਾਨਕ ਕਿਨ ਵਿਦ ਗਤ ਹੋਈ। ਇਹ ਧਰਤੀ ਦੇ ਹਾਲਾਤ ਸਨ। ਧਰਤੀ ਦਾ ਅਧਿਕਸ਼ ਦੇਵ, ਧਰਤੀ ਦਾ, ਕਿਤੇ ਇਹਨੂੰ ਮਿੱਟੀ ਨੂੰ ਨਾ ਸਮਝਿਓ ਵੀ ਮਿੱਟੀ ਉੱਠ ਕੇ ਗਈ। ਧਰਤੀ ਦਾ ਅਧਿਕਸ਼ ਦੇਵ ਬਰਮਾ ਕੋਲ ਜਾਂਦਾ ਹੈ, ਮੇਰੇ ਤੋਂ ਭਾਰ ਨਹੀਂ ਸਹਿਨ ਹੁੰਦਾ। ਬਰਮਾ ਦੀ ਸ਼ਿਵ ਜੀ ਔਰ ਵਿਸ਼ਨੂੰ ਜੀ ਉਹਨਾਂ ਦੀ ਸਹਾਇਤਾ ਲੈਂਦੇ ਨੇ ਅਤੇ ਸਾਰੇ ਜਵਾਬ ਦਿੰਦੇ ਨੇ ਵੀ ਆਪਾਂ ਤਾਂ ਕੁਛ ਨਹੀਂ ਕਰ ਸਕਦੇ, ਇਹ ਤਾਂ ਆਪਣਾ ਮਾਲਕ ਨਿਰੰਕਾਰ ਕਰ ਸਕਦਾ ਹੈ। ਵਿਸ਼ਨੂੰ ਜੀ ਨੇ ਕਿਹਾ ਤੁਸੀਂ ਸਾਡੇ ਵਿੱਚ ਵੱਡੇ ਹੋ, ਕਿਹਾ ਵੀ ਤੁਸੀਂ ਸਾਡੇ ਵਿੱਚ ਵੱਡੇ ਹੋ। ਸਤੋ ਗੁਣ ਜਿਹੜਾ ਇਹ ਵੱਡਾ ਹੈ, ਤਮੋ ਗੁਣ ਤੋਂ ਰਜੋ ਗੁਣ ਵੱਡਾ, ਰਜੋ ਗੁਣ ਤੋਂ ਸਤੋ ਗੁਣ ਵੱਡਾ ਹੈ। ਇਹ ਤੁਸੀਂ ਕਿਰਪਾ ਕਰਕੇ ਸਾਰੇ ਦੇਵਤਿਆਂ ਨੇ ਤਰਾਹੇ ਮਾਮ ਕੀਤੀ। ਆਕਾਸ਼ਬਾਣੀ ਹੋਏ ਦੇਵਤਿਓ ਕਿਆ ਬਾਤ ਹੈ, ਕਹਿੰਦੇ ਜੀ ਧਰਤੀ 'ਤੇ ਭਾਰ ਹੁਣ ਝੱਲਣ ਜੋਗੀ ਸਮਰੱਥਾ ਨਹੀਂ ਰਹੀ। ਕਲਮਲ ਹੋਈ ਮੇਦਨੀ, ਅਰਦਾਸਾਂ ਹੋ ਰਹੀਆਂ ਹਨ। ਕਹਿਣ ਲੱਗੇ ਵਿਸ਼ਨੂੰ ਜੀ ਤੁਹਾਨੂੰ ਅਸੀਂ 23 ਵਾਰ ਸੰਸਾਰ ਵਿੱਚ ਭੇਜਿਆ, ਇੱਕ ਵਾਰ ਹੋਰ ਜਾਓਗੇ। 7 ਵਾਰ ਬਰਮਾ ਗਿਆ, 7 ਅਵਤਾਰ ਬਰਮਾ ਦੇ ਨੇ, 11 ਅਵਤਾਰ ਸ਼ਿਵ ਜੀ ਦੇ ਹੈ। ਕਹਿੰਦੇ ਇਸ ਵਾਰ ਮੈਂ ਜਾਵਾਂਗਾ ਆਪ, ਤੁਹਾਡੀ ਅਰਦਾਸ ਮਨਜ਼ੂਰ ਹੈ। ਮੈਂ ਇੱਕ ਤਪਸਵੀ ਦੇ ਨਾਲ, ਇੱਕ ਤਪੱਸਣ ਦੇ ਨਾਲ ਵਾਅਦਾ ਕੀਤਾ ਹੋਇਆ ਕਿ ਮੈਂ ਤੁਹਾਡੇ ਪੁੱਤਰ ਹੋ ਕੇ ਆਵਾਂਗਾ, ਮੈਂ ਆਪਣਾ ਵਚਨ ਪੂਰਾ ਕਰਨਾ। ਉਹਨਾਂ ਦੀ ਬੜੀ ਜੁਗਾਂ ਜੁਗਾਤਰਾਂ ਦੀ ਤਪੱਸਿਆ ਹੈ। ਕਹਿਣ ਲੱਗੇ ਮਹਾਰਾਜ ਫਿਰ ਕਿਰਪਾ ਕਰਕੇ ਦੱਸੋ ਕਿਸ ਦੇਸ਼ ਵਿੱਚ ਜਾਓਗੇ, ਕਿਸ ਖਾਨਦਾਨ ਵਿੱਚ ਜਾਓਗੇ, ਕੀ ਨਾਂ ਹੋਏਗਾ ਤੁਹਾਡਾ। ਤੁਹਾਡੇ ਜਾਣ ਤੋਂ ਪਹਿਲਾਂ ਅਸੀਂ ਸਾਰਾ ਪ੍ਰਬੰਧ ਕਰਨਾ, ਅਸੀਂ ਵੀ ਤਾਂ ਜਾਵਾਂਗੇ ਸਿੱਖਾਂ ਦੇ ਰੂਪ ਵਿੱਚ। ਦੱਸ ਦਿੱਤਾ। ਉਹੀ ਗੱਲ ਬਰਮਾ ਨੇ ਵੇਦ ਵਿਆਸ ਨੂੰ ਦੱਸੀ ਜਦੋਂ ਉਹਨੇ ਕਿਹਾ ਮਹਾਰਾਜ ਇਹ ਸਮਾਂ ਇਹੋ ਜਿਹਾ ਆ ਰਿਹਾ ਕਲਯੁਗ 'ਚ ਕੀ ਬਣੇਗਾ। ਬਰਮਾ ਨੇ ਕਿਹਾ ਚਿੰਤਾ ਨਾ ਕਰ, ਅਰਦਾਸ ਹੋਈ ਵੀ ਹੈ, ਕਲਯੁਗ ਦੇ ਵਿੱਚ ਆਪ ਆਏਗਾ ਨਿਰੰਕਾਰ। ਮਹਾਰਿਸ਼ੀ ਵਿਆਸ ਨੇ 12 ਸ਼ਲੋਕ ਸੰਸਕ੍ਰਿਤ ਦੇ ਲਿਖੇ ਭਵਿੱਖਿਅਤ ਪੁਰਾਣ ਵਿੱਚ। ਉਹਦੇ 'ਚ ਪਹਿਲਾ ਹੀ ਸ਼ਲੋਕ ਹੈ ਏਵੰ ਬਹੀ ਧਰਮ ਵਿੱਚ ਤੀ ਵਿਵਿਕਤੀ ਜਦਾ ਕਲੂ ਤਦਾ ਵੈ ਲੋਕ ਰਖਿਆਰਥਮ ਮਲੇਸ਼ਾਂ ਦਾ ਨਾਸਟ ਵੇ ਪਸ਼ਚਿਮੇ ਸੁਭੂਮ ਦੇਸੇ ਬੇਦੀ ਵੰਸ਼ਿਤ ਨਾਨਕੂ। ਬੇਦੀਆਂ ਦੀ ਵੰਸ਼ਜ ਗੁਰੂ ਨਾਨਕ ਸਾਹਿਬ ਆਉਣਗੇ। ਇਹ ਨਾਮ ਪਹਿਲਾਂ ਆਪ ਰੱਖਿਆ ਨਿਰੰਕਾਰ ਨੇ, ਮੇਰਾ ਨਾਮ ਨਾਨਕ ਹੋਏਗਾ। ਉਸ ਵਿਧੀ ਵਿਦਿਆ ਅਨੁਸਾਰ ਤੇ ਜਿਸ ਵੇਲੇ ਮਾਤਾ ਤ੍ਰਿਪਤਾ ਜੀ ਨੇ ਕਹਿ ਦਿੱਤਾ ਮਹਿਤਾ ਜੀ ਨੂੰ ਕਿ ਬੇਟੀ 5 ਵਰਿਆਂ ਦੀ ਹੋ ਗਈ ਹੈ ਅਤੇ ਮੇਰੀ ਕੁੱਖ ਦੇ ਵਿੱਚ ਕੋਈ ਨਵਾਂ ਜੀ ਆ ਗਿਆ, ਸਮਾਂ ਆਇਆ। ਅਵਤਾਰ ਦੀ ਦੇਹ ਤਾਂ ਵੱਧਦੀ ਹੈ ਮਾਤਾ ਦੇ ਗਰਭ 'ਚ ਉਵੇਂ ਜਿਵੇਂ ਜਿਵੇਂ ਜੀਵਾਂ ਦੀ ਬਣਦੀ ਹੈ, ਪਰ ਉਹਦੇ ਵਿੱਚ ਜੀਵ ਆਤਮਾ ਨਹੀਂ ਹੁੰਦਾ। ਅਚਰਜ ਬਾਤ ਹੈ, ਜੀਵ ਆਤਮਾ ਤੋਂ ਬਿਨਾਂ ਦੇਹ ਨਹੀਂ ਵੱਧਦੀ, ਲੇਕਿਨ ਮਾਇਆਵੀ ਸ਼ਕਤੀ ਦੇ ਨਾਲ ਇਹ ਅਵਤਾਰ ਦੇ ਵਿਧਾਨ ਵਿੱਚ ਲਿਖਿਆ ਹੋਇਆ ਹੈ। ਅਤੇ ਫਿਰ ਪਰਮਾਤਮਾ ਕਾਹਦਾ ਹੋਇਆ ਜਿਹੜਾ ਗਰਭ ਵਿੱਚ ਆ ਗਿਆ। ਸੋ ਮੁਖ ਜਲੋ ਜਿਤ ਕਹੇ ਠਾਕਰ ਜੋਨੀ, ਜਿਹੜਾ ਕਹੇ ਠਾਕਰ ਜੂਨ ਵਿੱਚ ਆ ਗਿਆ ਕਹਿੰਦੇ ਮੂੰਹ ਸੜ ਜਾਏ ਹੋ। ਇਸ ਕਰਕੇ ਗੁਰੂ ਨਾਨਕ ਗਰਭ ਵਿੱਚ ਨਹੀਂ ਗਏ। ਉਹਨਾਂ ਦੇ ਸਰੀਰ ਨੂੰ ਮਾਇਆਵੀ ਸ਼ਕਤੀ ਨਾਲ ਬਣਤਰ ਬਣੀ, ਗੰਢੇਂਦਿਆਂ 6 ਮਾਹ ਉਸੇ ਤਰ੍ਹਾਂ ਬਣੀ। 10ਵੀਂ ਮਾਸੀ ਹੁਕਮ ਬਾਲਕ ਜਨਮ ਲਿਆ, ਦੇਹ ਨੇ ਜਨਮ ਲਿਆ। ਗੁਰੂ ਨਾਨਕ ਗਰਭ ਵਿੱਚ ਨਹੀਂ ਗਏ, ਗਰਭ ਦੇ ਵਿੱਚੋਂ ਦੇਹ ਬਾਹਰ ਨਿਕਲਦੀ ਹੈ। ਨਿਰੰਕਾਰ ਆਪਣੇ ਦੇਸ਼ ਤੋਂ ਆ ਕੇ ਜਦੋਂ ਉਸ ਦੇਹ ਦੇ ਵਿੱਚ ਪ੍ਰਵੇਸ਼ ਕਰਨ ਦਾ ਮੌਕਾ ਆ ਗਿਆ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੋਚਿਆ ਵੀ ਥੋੜ੍ਹੀ ਜਿਹੀ ਝਲਕ ਨਿਰੰਕਾਰ ਨੇ ਸੋਚਿਆ ਦਿਖਾ ਦਈਏ ਆਪਣੇ ਭਗਤਾਂ ਨੂੰ। ਉਸ ਵੇਲੇ ਲਿਖਿਆ ਕਿ ਚਤੁਰਭੁਜੀ ਰੂਪ ਦੇ ਅੰਦਰ ਭਗਵਾਨ ਜੀ ਨੇ ਦਰਸ਼ਨ ਦੇ ਦਿੱਤੇ। ਮਹਿਤਾ ਜੀ ਦੇ ਆਂਗਨ ਦੇ ਵਿੱਚ ਪ੍ਰਮਾਤਮਾ ਪ੍ਰਤੱਖ ਖੜਾ ਹੈ ਤਾਂ ਨਮਸਕਾਰ ਤੇ ਮਾਤਾ ਪਿਤਾ ਡੰਡੌਤ ਕਰ ਮੱਥਾ ਟੇਕਿਆ। ਪਰਮੇਸ਼ਰ ਨੇ ਸੋਚਿਆ ਜੇ ਹੁਣੇ ਡੰਡੌਤਾਂ ਕਰਨ ਲੱਗ ਪਏ ਫਿਰ ਤਾਂ ਇਤਿਹਾਸ ਹੀ ਨਹੀਂ ਬਣਨਾ। ਆਪਣੀ ਮਾਇਆ ਦਾ ਪਰਦਾ, ਮੋਹ ਦੀ ਕਨਾਤ ਤਾਣ ਦਿੱਤੀ, ਪਰਦਾ ਪਾ ਦਿੱਤਾ, ਖੇਡ ਸਮਾਪਤ ਹੋ ਗਈ। ਹਾਂ, ਉਸ ਵੇਲੇ ਮਾਤਾ ਨੇ ਪੁੱਛਿਆ ਹੇ ਈਸ਼ਵਰ, ਹੇ ਪਰਮਾਤਮਾ ਜੀ, ਮੈਂ ਤਾਂ ਸੁਣਿਆ ਤੂੰ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ, ਤੇਰੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਮੰਡ ਨੇ। ਕਹਿੰਦੇ ਮਾਤਾ ਠੀਕ ਹੈ। ਕਹਿੰਦੇ ਫਿਰ ਤੂੰ ਐਡੇ ਵੱਡੇ ਕਰੋੜਾਂ ਬ੍ਰਹਮੰਡਾਂ ਦਾ ਮਾਲਕ
एक एक रोम जे रोम रोम कोट ब्रह्मांड को निवास जास, फिर तू मेरे पेट विच किवें आ गया? रब्बा मेरे गल समझ नहीं आ रही। भगवान जी हस के कहते माता मैं तेरे पेट विच नहीं गया, मैं तो बाहर खड़ा, तू वेख नहीं रही। तेरे गर्भ विच मेरा केवल शरीर है, मैं नहीं हाँ। मैं कदे किसी के गर्भ च नहीं जाता, मैं अजन्मा हाँ, मैं अकरे हाँ, मैं अविनाशी हाँ, मैं निराकार हाँ, पर मैं साकार रूप धारण करने वास्ते खेड रची है, तेनू मान दिता है। खेड समाप्त हो गई तो पति पत्नी गल कहते मेहता जी कहते यह जा सुपना आया, मैनू तो ऐ हो गया भी चतुर्भुजी भगवान जी आ के कहते मैनू भी सुपना आया। वो सुपने दे विच ही बदल दी जी गल प्रतक हुई सी। जिस वेले समा होया अवतार का धारण का, 33 करोड़ देवते, ब्रह्मा विष्णु शिव जी इंद्र कुबेर नौनाथ 84 सिद्ध, ये लिखिया होया जी। मैं कल्पना के आधार पर नहीं कह रहा। हथ लिखत जन्म साखी जी मैं पढ़ी है, हुण वाली दे विच नहीं हैगियां गल्लां। ते सारे देवते सूक्ष्म शरीर धारण करके फिर आकाश तो फुल भरे है। जदों गुरु ना भया आनंद जगत विच काल ताਰਨ गुरु नानक आया। जदों ऐन समा हो गया 1526 विक्रमी संमत कत्तक सुदी पूर्णमासी यानी अज का दिहाड़ा, तो उस वेले फिर दौलतां नाम की दाई सदी गई। तो जिस वेले वायु प्रसूता दे दर्दां उठियां न, विधान पूरा रखना सी, उस वेले एक होर बड़ी अजीब बात है। 5 वरियां दी कुड़ी बाबा कल्याण चंद की पुत्री नानकी, वो अपनी माँ के पलंगे के कोल चक्कर लगाउंदी फिरदी है। जदों दाई आ गई उन्हें कहा ने कुड़ी नूं बाहर कढो। भैन नानकी कहन लगी माँ मैं बाहर नहीं जाना, इत्थे रहना। दाई ने पूछा पुत क्यों? माँ ने पूछा बेटा क्यों? ये समा बच्चे दे जन्म वेले निक्का बच्चा कोई नहीं कोल रह सकता, तेरा बाप गुस्से होगा तेरे नाल, तू बाहर चली जा। कहती माँ मैं हाथ जोड़ती हाँ, मैं बाहर नहीं जाना, सब तो पहला वीर दे दर्शन मैं करना चाहनी है। दाई कहन लगी नानकी तैनू की पता वीर आएगा, तेरी भैन भी तो आ सकती है। माँ ने कहा तृप्ता ने बेटा तैनू किवें पता भी वीर आएगा? कहती मैनू पता है तां ही कह रही है ना, वीर आएगा। वीर नहीं, वीर दे रूप दे कोई शक्ति आ रही है। मेरी जन्मा जन्मातां दी तपस्या, मेरे जो नेत्र दत्ते ने परमात्मा ने 5 वरियां दी कुड़ी कह रही है, मैं इत्थे खड़ांगी, कह खड़ी रहन दो। जदों गुरु नानक साहब का शरीर माता के गर्भ चों बाहर आउंदा है, निरंकार की जोत निरंकार के देश तो आके प्रवेश करती है, तो जदों नेत्र खोले पहली दृष्टि भैन नानकी दे उत्ते पई है। भैन नानकी ने 2 में हाथ जोड़े, क्या ऐ ईश्वर ऐ दाता, इस निमाणे नूं तू भैन क्या करेगा? मैं तेनू गोद विच चक के हे निरंकार मैं तेनू भरा समझ के खड़ावांगी। नहीं नहीं, तू निरंकार है, तू मेरे माता पिता नूं, साडे खानदान नूं, मैनू, मेरे नानकिਆਂ नूं ये मान देण वास्ते है दाता, मैं तेनू पहचान लिया। सब तो पहली मनुखी अख है जिसने निरंकार देखा है, गुरु नानक नूं। उस वेले मेहता जी ने पंडित विद्वान सदया, मेरे पुत्र का टेवा बनाओ, जन्म पत्री बनानी है। क्या दाई नूं बुलाओ, दौलत आ गई। हे दाई बच्चे दे कुछ लक्षण दस। दाई हस के कहती जिमें किसी ने ताज़ा नशा पीता हो ना, अखां ते सुरूर हुंदा है, उहदियां अखां ते गुरु नानक दे दर्शनां दा सुरूर है। कहती पंडित जी की पुछना चाहुंदे हो? कहते कोई लक्षण? कहती एक लक्षण होवे तां दसां। तू पुत्र समझदा है?
कहते होर की है, कहते ना 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 भुल जा, ये कोई अवतारां दा सरदार आ गया, अवतारां दा अवतार आ गया है। तू अनपढ़ औरत, तैनू की पता अवतार की हुंदा है? कहते जी ये तो नहीं मैनू पता। पहली गल कि 8 दीवे जगदे है, चौमुखे दीवे हुंदे सी, 4 बत्तियां एक दीवे च पैंदियां, 2 दीवियां दे 8 बत्तियां हो गईयां। 8 बत्तियां दी रोशनी ऐ मध्यम हो गई जिवें करोड़ां सूरजां दा चानना हो जाता है जदों इन्हां दा अवतार होया। प्रतख भी चानना होया, सतगुरु नानक प्रगटिया बेटी तुंदे जे चानन होया, दूआ चानना तो ज्ञान का तो होया, प्रतख भी हो गया। दूसरी बात, पंडित जी की तुसीं नहीं सुनिया रात डंड रौला? तलवंडी दे सारे नगर दे उत्ते शोर शराबा आकाश में की हो रहा सी? कहंदा हाँ दाई वो तो मैं भी सुनिया। कहंदी फिर इन्ने न्याणे जमे ने किसी दे होर सुनिया शोर शराबा? वो देवते फुल भराउंदे सी उस वेले, मेहता जी दे बेड़े दे फुल डिगदे सी पर फुल हाथ च नहीं सी आउंदे ते सुगंधी फल आ रहे सी, देवते फुल सिट रहे सी। की पुछदे? मेरे हत्थां 'च सैकड़े बच्चे जम्मे, हरेक बच्चा जन्म लैके चीकां मारदा रोंदा है, और ये हो सकता है कोई जन्म वेले की पीड़ा ना सहन करके बच्चा बेहोश हो गया होवे, पर यह तो कदी नहीं होया कि बच्चा खिड़खिड़ करके हसिया होवे। ये खिड़खिड़ करके हसिया है। और हासा भी बजुर्ग हसदा होवे, बिरध दा हासा, बच्चे दा हासा, बीबी दा हासा, ये कदे रलदे थोड़ी है। ये हासा बच्चों वाला नहीं सी, खिड़खिड़ करके हसे। ये मैनू नहीं पता क्यों हसिया है। उस गल नूं फिर भाई बाला जी खोल के लिखते हैं, हे गुरु अंगद देव जी, उस वेले ब्रह्मा विष्णु शिव जी सामने खड़े सन। गुरु नानक ने जदों देखा, उन्होंने नमस्कार की। गुरु नानक अपने हासे नूं नहीं रोक सके कि मैं निक्का जिहा स्वरूप धारण कर लिया कि तुसीं मैनू पहचान लिया इत्थे आके। ये हसन का कारण लिखा है। इस करके गुरु नानक साहब महाराज भया आनंद जगत विच, कल तारन गुरु नानक आया। ते सतगुरु महाराज साहब जी जिस दिन आप जी का अवतार होया, जिन्ने संसार के जेल खाने सन, उन्हां जेल खानियां दे मालक राजे लोग सन, उन्हां दे हिरदे नूं प्रेर दिता। उन्होंने खुशी में आके कि जेल दे विचों सारे मुजरम रिहा कर दिते जान, कोई कैदी ना रहे जेल दे विच। वजीरां ने कहा महाराज ऐसा क्यों? कहते भी पता नहीं, अंदरों ही प्रेरणा हो गई है। गुरु नानक दे अवतार वेले कैदी कैदां चों छुटे, जिन्हां नूं बीमारियां दे कारण वैद्यां ने जवाब दे दिता सी, हकीमां ने, उस रात उन्होंने तंदुरुस्ती प्राप्त हो गई। जिन्हां दियां समाधियां नहीं सी लगदियां, उन्हां दियां समाधियां लगियां, खुलियां नहीं दिन चढ़े तक। आनंद ही आनंद वरता दिता गुरु नानक ने। किहड़ी गल करिए गुरु नानक दी? इस करके गुरु नानक साहब महाराज, भाई टाइम उत्ते तो नहीं हो गया? मिनट रहिंदे कुछ टाइम हो गया जी। साध संगत जी, गुरु नानक दे अवतार दी आप नूं लख लख बधाई होवे। ते मैं गुरु नानक साहब जी दे अवतार तक दे इतिहास कह के आप जी तो खेमा मंगदा। दास नूं आग्या बख्शिश करो। महापुरुषों का, संत बाबा रणजोत सिंह जी का, जथेदार भाई हरदीप सिंह जी का, बहुत बहुत सारिया गुरमुखां का, तुहाडा संगतां दा धन्नवाद जी। गुरपुरब दीआं फिर लख लख बधाइयां होण जी। वाहिगुरू जी का खालसा, वाहिगुरू।